ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਪੰਜਾਬ ਦੇ ਸਿਆਸੀ ਪਾਣੀ ਉਫਾਨ ਤੇ ਨੇ। ਇੱਕ ਇੰਟਰਵਿਊ ਦੂਜੀ ਵਾਰ ਫਿਰ ਤਰਥੱਲੀ ਮਚਾ ਦਿੰਦੀ ਹੈ। ਪੰਜਾਬ ਦੇ ਡੀਜੀਪੀ ਜਿਹੜੇ ਦਾਅਵੇ ਕਰਕੇ ਗਏ ਸੀ ਉਹਦੇ ਐਨ ਉਲਟ ਇੱਕ ਤਸਵੀਰ ਬਣ ਜਾਂਦੀ ਹੈ। ਲੋਕਾਂ ਦੇ ਵਿੱਚ ਬੇਸ਼ੁਮਾਰ ਸਵਾਲ ਘੁੰਮ ਰਹੇ ਆ। ਇਹ ਜਵਾਬ ਕਿੱਥੋਂ ਮਿਲਣੇ ਪਤਾ ਨਹੀਂ, ਲੇਕਿਨ ਇਸੇ ਦੌਰਾਨ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਹੋ ਜਾਂਦੀ ਹੈ, ਜਿਹੜੀ ਕੱਲ ਦਾਖਲ ਹੋਈ ਹੈ। ਉਦੋਂ ਤੱਕ ਅਜੇ ਦੂਜੀ ਇੰਟਰਵਿਊ ਨਹੀਂ ਸੀ ਆਈ। ਹਾਈ ਕੋਰਟ ਕੋ ਮੰਗ ਕੀ ਕੀਤੀ ਗਈ ਆ, ਤੁਹਾਡੇ ਨਾਲ ਸਾਂਝ ਪਵਾਉਂਦੇ ਆ ਕਿ ਇਹ ਕੇਸ ਕਿਸੇ ਕੇਂਦਰੀ ਏਜੰਸੀ ਨੂੰ ਇਨਵੈਸਟੀਗੇਸ਼ਨ ਲਈ ਦਿੱਤਾ ਜਾਊਗਾ। ਮੀਡੀਆ ਨੋ ਡਾਊਟ ਪੂਰੀ ਤਰ੍ਹਾਂ ਆਜ਼ਾਦ ਹੈ, ਉਹਨੂੰ ਹੱਕ ਹਕੂਕ ਨੇ, ਉਹ ਜਿਵੇਂ ਮਰਜ਼ੀ ਕਿਸੇ ਦੀ ਇੰਟਰਵਿਊ ਕਰੇ। ਇਹ ਇੰਟਰਵਿਊ ਅੱਜ ਪਹਿਲੀ ਵਾਰੀ ਨਹੀਂ ਹੋਈ। ਵਰਪਨ ਦੀ ਇੰਟਰਵਿਊ ਹੁੰਦੀ ਰਹੀ, ਲਿੱਟੇ ਦੇ ਪ੍ਰਮੁੱਖ ਦੀ ਹੁੰਦੀ ਰਹੀ, ਵੱਡੇ ਵੱਡੇ ਜਿਹੜੇ ਮਿਲੀਟੈਂਟ ਉਹਨਾਂ ਦੀ ਹੁੰਦੀ ਰਹੀ, ਖਾੜਕੂਆਂ ਦੀ ਹੁੰਦੀ ਰਹੀ, ਲੇਕਿਨ ਕੋਈ ਨਵੀਂ ਗੱਲ ਨਹੀਂ। ਉਹ ਕਦੇ ਜੰਗਲਾਂ 'ਚ ਹੋ ਸਕਦੀ, ਕਿਤੇ ਹੋ ਸਕਦੀ, ਪਰ ਜੇਲ੍ਹ 'ਚੋਂ ਹੋਣੀ, ਇਹ ਸਵਾਲ ਖੜੇ ਹੋ ਰਹੇ ਆ। ਇਹਨਾਂ ਦੇ ਉੱਤੇ ਅੱਜ ਪੂਰਾ ਦਿਨ ਸਿਆਸਤ ਬਹੁਤ ਜ਼ੋਰਦਾਰ ਭਖਣ ਵਾਲੀ ਆ। ਸੋਸ਼ਲ ਮੀਡੀਆ ਮੱਚਿਆ ਪਿਆ, ਦੋ ਧਿਰਾਂ 'ਚ ਲੋਕ ਵੰਡੇ ਜਾ ਰਹੇ ਆ, ਵੱਖ-ਵੱਖ ਤਰ੍ਹਾਂ ਦੇ ਨੈਰੇਟਿਵ ਬਣ ਰਹੇ ਆ। ਆਪਾਂ ਗੱਲ ਕਰਾਂਗੇ। ਦੂਜੀ ਖਬਰ ਵੀ ਅਤਿਮ ਆ। ਮਜੀਠੀਆ ਲਈ ਇੱਕ ਨੋਟਿਸ ਹੁੰਦਾ, ਜ਼ਮਾਨਤ ਖਾਰਜ ਕਰਨ ਸੰਬੰਧੀ ਪੰਜਾਬ ਸਰਕਾਰ ਦੀ ਪਲੀਹ ਦੇ ਉੱਤੇ ਮਜੀਠੀਆ ਨੂੰ ਨੋਟਿਸ ਹੁੰਦਾ। ਇਹ ਵੀ ਕਾਫੀ ਅਹਿਮ ਖਬਰ ਆ। ਬ੍ਰਹਮਿੰਦਰਾ ਵਿਜੇਂਦਰ ਸਿੰਗਲਾ ਨੇ ਕੱਲ ਵਿਜੀਲੈਂਸ ਕੋ ਜਾਣਾ ਸੀ। ਬ੍ਰਹਮਿੰਦਰਾ ਗਏ ਨੇ, ਕੀ ਪੁੱਛਿਆ ਗਿਆ ਉਹਨਾਂ ਤੋਂ ਆਪਾਂ ਜ਼ਿਕਰ ਕਰਦੇ ਹਾਂ। ਸਿੰਗਲਾ ਸਾਹਿਬ ਗਏ ਨਹੀਂ। ਸੁਖਬੀਰ ਸਿੰਘ ਬਾਦਲ ਨੂੰ ਵਿਧੀਵਤ ਤਰੀਕੇ ਨਾਲ 23 ਨੂੰ ਪੇਸ਼ ਹੋਣ ਦਾ ਨੋਟਿਸ ਮਿਲ ਗਿਆ। ਡਾਇਰੈਕਟਰ ਖੇਤੀਬਾੜੀ ਨੂੰ ਐਕਸਟੈਂਸ਼ਨ ਮਿਲ ਗਈ, ਮੈਨੂੰ ਇੰਦਰਪ੍ਰੀਤ ਜੀ ਕਹਿ ਰਹੇ ਸੀਗੇ। ਚਲੋ ਮਿਲ ਗਈ ਆ, ਕੋਈ ਕੰਮ ਧੰਦਾ ਕਰਨ ਚੰਗਾ ਹੈ, ਲੇਕਿਨ ਫਸਲਾਂ ਦੀ ਖਰਾਬੀ ਦਾ ਜ਼ਿਕਰ ਹੋਣਾ ਬਣਦਾ ਹੈ। ਹਿਮਾਚਲ ਦੇ ਹਾਈਡਰੋ ਪਲਾਂਟਸ ਤੋਂ ਜਿਹੜਾ ਸੈਸ ਹੈ ਉਹ ਪੰਜਾਬ ਨੂੰ ਕਿੰਨਾ ਕੁ ਮਹਿੰਗਾ ਪੈਣ ਵਾਲਾ, ਇਹਦਾ ਜ਼ਿਕਰ ਕਰਦੇ ਆ। 500 ਕਰੋੜ ਦਾ ਅੰਕੜਾ ਅੰਕਿਆ ਤੋਂ ਵੱਖ-ਵੱਖ ਅਖਬਾਰਾਂ ਨੇ ਅੰਕੜੇ ਦਿੱਤੇ ਆ। SYL ਦੇ ਉੱਤੇ ਪੰਜਾਬ ਨੇ ਜਵਾਬ ਕੀ ਦਿੱਤਾ, ਆਤਮ ਰਹਿਣ ਵਾਲਾ। ਉਂਝ ਕਾਂਗਰਸ ਦਾ ਨੈਸ਼ਨਲ ਲੈਵਲ ਦੇ ਉੱਤੇ ਮਮਤਾ ਤੇ ਅਖਿਲੇਸ਼ ਨੇ ਇਹ ਕਹਿ ਕੇ ਮੁਸ਼ਕਲਾਂ ਵਧਾਤੀਆਂ, ਰਾਹ ਰੋਕ ਲਿਆ ਵੀ ਫਰੰਟ ਬਣਾਵਾਂਗੇ, ਕਾਂਗਰਸ ਨੂੰ ਬਾਹਰ ਰੱਖ ਲਾਂਗੇ, ਬੌਸ ਵਾਂਗ ਵਿਹਾਰ ਕਰਦੇ ਨੇ, ਸਾਨੂੰ ਮਨਜ਼ੂਰ ਨਹੀਂ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਪਟੀਸ਼ਨ ਦਾਖਲ ਹੁੰਦੀ ਆ। ਮੰਗ ਕੀ ਕੀਤੀ ਗਈ ਉਹਦੇ 'ਚ ਇਹ ਦੱਸਿਓ। ਕੀ ਇਹ ਕੇਸ, ਕਿਉਂਕਿ ਅਜੇ ਤੱਕ ਪੰਜਾਬ ਪੁਲਿਸ ਨੇ ਕੋਈ FIR ਦਰਜ ਨਹੀਂ ਕੀਤੀ, ਇਨਵੈਸਟੀਗੇਸ਼ਨ ਲਈ ਅੱਗੇ ਨਹੀਂ ਸੀ ਵਧੇ, ਕੀ ਹਾਈ ਕੋਰਟ ਤੁਰੰਤ ਪ੍ਰਭਾਵ ਨਾਲ ਇੱਥੇ ਸੁਣਵਾਈ ਕਰਕੇ ਕਿਸੇ ਕੇਂਦਰੀ ਏਜੰਸੀ ਨੂੰ ਇਹ ਇਨਵੈਸਟੀਗੇਸ਼ਨ ਸੌਂਪ ਸਕਦਾ ਜੀ? ਜੀ ਬਿਲਕੁਲ, ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਹੋਈ ਹੈ ਜਿਹਦੇ ਵਿੱਚ ਇਹ ਪੁੱਛਿਆ ਗਿਆ ਹੈ, ਇਹ ਮੰਗਿਆ ਗਿਆ ਹੈ ਕਿ ਇੱਕ ਇੰਡੀਪੈਂਡੈਂਟ ਏਜੰਸੀ ਯਾਨੀ ਸੈਂਟਰਲ ਏਜੰਸੀ ਤੋਂ ਇਹਦੀ ਇੱਕ ਇਨਵੈਸਟੀਗੇਸ਼ਨ ਕਰਾਈ ਜਾਏ ਕਿ ਇਹ ਇੰਟਰਵਿਊ ਜਿਹੜੀ ਲਾਰੈਂਸ ਬਿਸ਼ਨੋਈ ਦੀ, ਹੁਣ ਤੇ ਦੂਜੀ ਵੀ ਆ ਗਈ ਹੈ, ਕਿਉਂਕਿ ਜਦ ਇਹ ਪਟੀਸ਼ਨ ਪਾਈ ਗਈ ਸੀ ਪਹਿਲੀ ਇੰਟਰਵਿਊ ਦੀ ਗੱਲ ਚੱਲ ਰਹੀ ਸੀ, ਤੇ ਉਹ ਕਿੱਥੇ ਹੋਈ ਹੈ, ਇਹਦੀ ਇਨਵੈਸਟੀਗੇਸ਼ਨ ਹੁਣ ਕੋਈ ਸੈਂਟਰਲ ਏਜੰਸੀ ਕਰੇ। ਤੁਸੀਂ ਦੇਖੋ, ਪਰਸੋਂ DGP ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ ਨਹੀਂ, ਆ ਜਿਹੜੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਚੱਲਦੀ ਹੈ ਇਹ ਬਠਿੰਡੇ ਜੇਲ੍ਹ ਦੇ ਵਿੱਚ ਨਹੀਂ ਹੋਈ, ਕਿਉਂਕਿ ਉਹਦੇ ਥੈਲੇ ਦੇ ਵਿੱਚ ਕੋਈ ਪੀਲੀ ਟੀ-ਸ਼ਰਟ ਹੈ ਹੀ ਨਹੀਂ ਸੀ, ਔਰ ਉਹਦੀ ਦਾੜੀ ਵੀ ਇਸ ਇੰਟਰਵਿਊ ਦੇ ਵਿੱਚ ਵਧੀ ਹੋਈ ਸੀ। ਹਜੇ ਇਹ ਕਹਿ ਕੇ ਹਟੇ ਸੀ ਤੇ ਇੱਕ ਹੋਰ ਇੰਟਰਵਿਊ ਆ ਗਈ। ਉਸ ਇੰਟਰਵਿਊ ਦੇ ਵਿੱਚ ਉਹਦੇ ਵਾਲ ਵੀ ਉਦਾਂ ਛੋਟੇ ਸੀਗੇ ਜਿੱਦਾਂ ਦੀ ਫੋਟੋ ਲਾਰੈਂਸ ਬਿਸ਼ਨੋਈ ਦੀ DGP ਉਹਨਾਂ ਦਿਖਾ ਰਹੇ ਸੀਗੇ, ਔਰ ਉਹ ਟੀ-ਸ਼ਰਟ ਵੀ ਹੁਣ ਔਰੰਜ ਕਲਰ ਦੀ ਸੀਗੀ। ਕੁਝ ਵਾਅਦੇ ਕੀਤੇ ਗਏ, ਇੱਥੇ ਤੱਕ ਕਿ ਹੁਣ ਨਵੇਂ ਇੰਟਰਵਿਊ ਦੇ ਵਿੱਚ ਉਹ ਜੇਲ੍ਹ ਦੀ ਸੈੱਲ ਨੂੰ ਦਿਖਾਉਂਦਾ ਵੀ ਹੈ ਕਿ ਦੇਖੋ ਮੈਂ ਜੇਲ੍ਹ ਦੇ ਵਿੱਚ ਹੈਗਾ, ਔਰ ਆਪਣੇ ਕੋਲ ਫੋਨ ਹੋਣ ਦੀ ਪੁਸ਼ਟੀ ਵੀ ਕਰਦਾ ਹੈ। ਉਹ ਕਹਿੰਦਾ ਦੀਵਾਰ ਤੋਂ ਸੁੱਟੇ ਗਏ ਫੋਨ ਉਹ ਮੈਂ ਲੈਣਾ ਤੇ ਉਸ ਤੇ ਉਹਦੇ ਰਾਹੀਂ ਇਹ ਗੱਲ ਕਰਨਾ। ਹੁਣ ਇਹ ਇਸ਼ੂ ਬਹੁਤ ਵੱਡਾ ਹੋ ਗਿਆ। ਹੁਣ ਉਹ DGP ਜਿਹੜਾ ਕਲੇਮ ਕਰਕੇ ਹਟਣ ਕਿ ਨਹੀਂ ਇਹ ਇੰਟਰਵਿਊ ਇੱਥੇ ਨਹੀਂ ਹੋਇਆ ਕਿਉਂਕਿ ਉਹਦੇ ਵਾਲ ਵੱਡੇ ਸੀਗੇ, ਦਾੜੀ ਵੱਡੀ ਸੀਗੀ, ਔਰ ਉਹਦੀ ਟੀ-ਸ਼ਰਟ ਤੋਂ ਉਹਦੇ ਥੈਲੇ 'ਚ ਨਹੀਂ ਨਿਕਲੀ, ਅਗਲੇ ਨੇ ਨਾਲ ਦੇ ਨਾਲ ਜਵਾਬ ਦੇ ਦਿੱਤਾ। ਹੁਣ ਭਾਵੇਂ ਪੰਜਾਬ ਪੁਲਿਸ ਦਾ, DGP ਸਾਹਿਬ ਦਾ ਨਹੀਂ, ਹੋਰ ਅਫਸਰਾਂ ਦਾ ਇਹ ਬਿਆਨ ਆਇਆ ਕਿ ਨਹੀਂ ਇਹ ਵੀ ਦੂਜੀ ਇੰਟਰਵਿਊ ਬਠਿੰਡੇ ਜੇਲ੍ਹ ਦੇ ਵਿੱਚ ਨਹੀਂ ਹੋਈ। ਰਾਜਸਥਾਨ ਪੁਲਿਸ ਪਹਿਲੇ ਹੀ ਕਲੇਮ ਕਰ ਚੁੱਕੀ ਹੈ ਸਾਡੇ ਇੱਥੇ ਇੰਟਰਵਿਊ ਨਹੀਂ ਹੋਈ, ਕਿਉਂਕਿ ਮਾਰਚ 8 ਨੂੰ ਬਠਿੰਡੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਜੈਪੁਰ ਤੋਂ ਲਾਰੈਂਸ ਬਿਸ਼ਨੋਈ, ਔਰ ਮਾਰਚ 14 ਨੂੰ ਤੇ ਮਾਰਚ 16 ਨੂੰ ਇਹ ਇੰਟਰਵਿਊ ਦਾ ਆਣਾ ਉਹ ਆਪਣੇ ਆਪ ਵਿੱਚ ਪੰਜਾਬ ਪੁਲਿਸ ਵਾਸਤੇ ਮੁਸੀਬਤ ਤੇ ਕਰਤੀ ਹੈ, ਕਿਉਂਕਿ ਹੁਣ ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਹੈ, ਜਿਹਦੀ ਮੰਗ ਪਲੀ ਦੇ ਜ਼ਰੀਏ, ਪਟੀਸ਼ਨ ਦੇ ਜ਼ਰੀਏ ਹਾਈ ਕੋਰਟ ਤੋਂ ਕੀਤੀ ਗਈ ਹੈ। ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਕਿੰਨੀ ਕੁ ਰਾਜਨੀਤੀ ਹੋਣੀ ਹੈ ਔਰ ਹਾਈ ਕੋਰਟ ਇਹਦੇ ਵਿੱਚ ਕਿਸ ਤਰੀਕੇ ਨਾਲ ਇੰਟਰਵੀਨ ਕਰਦਾ ਹੈ, ਇਹ ਵੀ ਦੇਖਣ ਵਾਲੀ ਗੱਲ ਹੈ। ਸਿਆਸਤ ਕਿੰਨੀ ਹੁੰਦੀ ਹੈ ਇਸ ਗੱਲ ਦਾ ਤੇ ਕੋਈ ਪਤਾ ਨਹੀਂ, ਪਰ ਕਿਰਕਰੀ ਬਹੁਤ ਹੋਈ ਆ, ਇਸ ਗੱਲ ਦਾ ਸਭ ਨੂੰ ਅੰਦਾਜ਼ਾ ਹੋ ਗਿਆ। 2 ਦਿਨ ਪਹਿਲਾਂ ਤੱਕ ਪੰਜਾਬ ਸਰਕਾਰ ਇਸ ਗੱਲੋਂ ਬੜੀ ਸੁਰਖਰੂ ਸੀ, ਕਿਉਂਕਿ ਰੌਲਾ ਪੈ ਰਿਹਾ ਸੀ ਆਖੇ ਸਰਕਾਰ ਦੀ ਵੀ ਮਿਲੀ ਭੁਗਤ ਹੋ ਸਕਦੀ ਆ, ਏਜੰਸੀਆਂ ਦੀ ਹੋ ਸਕਦੀ ਆ, ਕੇਂਦਰ ਦੀ ਹੋ ਸਕਦੀ ਆ। ਲੇਕਿਨ ਹੁਣ ਤਾਂ ਤੈਅ ਹੀ ਹੋ ਗਿਆ ਕਿ ਪੰਜਾਬ ਸਰਕਾਰ ਦਾ ਤੇ ਨੱਕ ਵੱਢ ਕੇ ਹੱਥ 'ਚ ਫੜਾਤਾ ਗਿਆ। ਇਹਨਾਂ ਦੀ ਸ਼ਮੂਲੀਅਤ ਕੀ ਹੋਣੀ ਹੈ, ਨੰਬਰ 1। ਨੰਬਰ 2, ਵੱਡੀ
ਗੱਲ ਇਹ ਵੀ ਹੈ ਕਿ ਕੱਲ ਨੂੰ ਬਰਸੀ ਹੈ ਸਿੱਧੂ ਮੂਸੇਵਾਲੇ ਦੀ, ਉਸ ਤੋਂ ਐਨ ਪਹਿਲਾਂ ਇਹ ਕਿਹੜੀ ਪੋਲਿਟਿਕਸ ਹੈ, ਇਹ ਸਵਾਲ ਉੱਠਣੇ ਸ਼ੁਰੂ ਹੋ ਗਏ। ਬਲਕੌਰ ਸਿੰਘ ਤਾਂ ਉਠਾ ਹੀ ਰਿਹਾ, ਬਣਦਾ ਵੀ ਉਹਨਾਂ ਦਾ, ਪਰ ਇਹ ਟਾਈਮਿੰਗ ਨੂੰ ਲੈ ਕੇ ਗੱਲ ਤਾਂ ਹੈ ਹੀ ਆ। ਤੀਜੀ ਗੱਲ, ਇੰਦਰਪ੍ਰੀਤ ਜੀ, ਕੱਲ ਕਿਸੇ ਨੇ ਮੇਰੇ ਤੋਂ ਟਿੱਪਣੀ ਮੰਗੀ, ਕਹਿੰਦੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਕਹਿਣਾ ਖੁਣਾ ਕੀ ਆ, ਮੈਂ ਤਾਂ ਇਸ ਗੱਲੋਂ ਹੀ ਆਪਣੇ ਆਪ ਨੂੰ ਬੜਾ ਸੁਰਖਰੂ ਮਹਿਸੂਸ ਕਰਦਾ ਵੀ ਮੈਂ ਘੱਟੋ ਘੱਟ ਡੀਜੀਪੀ ਨਹੀਂ ਤੇ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਹੈ ਸਰਕਾਰ ਲਈ ਵੀ ਜਵਾਬ ਦੇਣਾ। ਕਿ ਪੋਲੀਟੀਕਲ ਵਿਲ ਦਿਖਾਈ ਜਾਊਗੀ, ਇਹਦੇ ਉੱਤੇ ਆ ਕੇ ਨਿੱਠ ਕੇ ਗੱਲ ਕੀਤੀ ਜਾਊਗੀ। 1 ਸਾਲ ਦੀਆਂ ਪ੍ਰਾਪਤੀਆਂ ਦੇ ਵਿੱਚ ਇਹ ਵੀ ਖੰਭ ਜੋੜੇ ਹੋਏ ਆ। ਇੰਦਰਪ੍ਰੀਤ ਜੀ, ਇਹਦੇ ਉੱਤੇ ਆਪਣੀ ਟਿੱਪਣੀ ਦਿਓ ਸਾਰੇ ਘਟਨਾਕ੍ਰਮ ਤੇ। ਰੰਧਾਵਾ ਸਾਹਿਬ, ਜਿਹੜੀ ਤੁਸੀਂ ਉਹਦੀ ਗੱਲ ਕੀਤੀ ਹੈ ਕਿ ਕੀ ਇਸ ਤੇ ਕੋਈ ਪੋਲੀਟੀਕਲ ਵਿਲ ਦਿਖਾਈ ਜਾਊਗੀ ਕਿ ਨਹੀਂ, ਉਹਦੇ ਬਾਰੇ ਮੈਂ ਤੁਹਾਨੂੰ ਸਿਰਫ ਇੱਕ ਲਾਈਨ ਦੇ ਵਿੱਚੋਂ ਦੱਸ ਦਿੰਦਾ ਕਿ ਜਿਸ ਦਿਨ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਤੋਂ ਪਹਿਲਾਂ ਇਹ ਪ੍ਰੈਸ ਕਾਨਫਰੰਸ ਸੀਐਮ ਨੇ ਕਰਨੀ ਸੀ ਔਰ 4 ਵਜੇ ਦਾ ਲਗਭਗ ਟਾਈਮ ਵੀ ਤੈਅ ਹੋ ਗਿਆ ਸੀ ਕਿ ਸੀਐਮ ਇਸ ਤੇ ਸੀਐਮ ਪ੍ਰੈਸ ਕਾਨਫਰੰਸ ਕਰਨਗੇ। ਇਹ ਤਾਂ ਨਹੀਂ ਸੀ ਕਿ ਉਹ ਕਿਸ ਤੇ ਕਰਨਗੇ, ਇਹ ਸੀ ਵੀ ਪ੍ਰੈਸ ਕਾਨਫਰੰਸ ਕਰਨਗੇ। ਹਾਲਾਂਕਿ ਸਵੇਰੇ ਇੱਕ ਮੋਨੋਲੌਗ ਟਾਈਪ ਜਿਹੜਾ ਇੱਕ ਸਾਲ ਦੀ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਬਾਰੇ ਦੱਸਿਆ, ਉਸ ਤੇ ਵੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਤਾਂ ਕੀਤੀ ਨਹੀਂ। ਅੱਗੇ ਵੀਡੀਓ ਜਾਰੀ ਕਰਕੇ ਉਹ ਸਾਰੀ ਚੀਜ਼ਾਂ ਦੱਸਦੇ ਆ ਸਾਰਿਆਂ ਨੂੰ। ਹੁਣ ਉਹਨਾਂ ਨੇ ਇੱਕ ਪੱਤਰਕਾਰਾਂ ਨੂੰ ਦੱਸਿਆ ਉਸ ਤਰ੍ਹਾਂ ਦਾ 10 ਮਿੰਟ ਦਾ ਉਹ ਆਪਣਾ ਬੋਲ ਕੇ ਚਲੇ ਗਏ। ਕਿਸੇ ਨੇ ਕੋਈ ਸਵਾਲ ਹੀ ਨਹੀਂ ਕਰ ਸਕਿਆ ਪੱਤਰਕਾਰ। ਪ੍ਰੈਸ ਕਾਨਫਰੰਸ ਦਾ ਤਾਂ ਮਤਲਬ ਹੀ ਹੁੰਦਾ ਕਿ ਤੁਸੀਂ ਅਗਰ ਕੁਝ ਮੈਨੂੰ ਦੱਸਿਆ ਤੇ ਮੈਂ ਉਸ ਤੇ ਕਾਊਂਟਰ ਸਵਾਲ ਕਰਾਂ, ਤੇ ਉਹ ਤਾਂ ਕੁਝ ਏਦਾਂ ਦਾ ਹੈ ਨਹੀਂ ਸੀ। ਤੇ ਜਿਹੜੀ ਇਹ 4 ਵਜੇ ਪਰ ਪ੍ਰੈਸ ਕਾਨਫਰੰਸ ਸੀਗੀ, ਇਹਨੂੰ ਜਿਹੜਾ ਅਚਾਨਕ ਫਿਰ ਬਦਲ ਕੇ ਡੀਜੀਪੀ ਸਾਹਿਬ ਨੂੰ ਉੱਥੇ ਅੱਗੇ ਕੀਤਾ ਗਿਆ। ਇਹ ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਤੁਹਾਡੇ ਕਿਹਾ ਸੀਗਾ ਕਿ ਹਰ ਵਾਰੀ ਇਸੇ ਤਰ੍ਹਾਂ ਹੀ ਹੁੰਦਾ ਕਿ ਜਿਹੜੇ ਵੱਡੇ ਇਸ਼ੂਜ਼ ਨੇ ਉਹਨੂੰ ਲੈ ਕੇ ਸੀਐਮ ਖੁਦ ਅੱਗੇ ਨਹੀਂ ਆਉਂਦੇ, ਉਹ ਅੱਗੇ ਇਹਨਾਂ ਨੂੰ ਭੇਜ ਦਿੰਦੇ ਆ। ਦੇਖੋ ਹੁਣ ਉਹਨਾਂ ਕੋਲ ਡਿਪਾਰਟਮੈਂਟ ਵੀ ਜੇਲ੍ਹ ਵਾਲਾ ਹਰਜੋਤ ਬੈਂਸ ਤੋਂ ਲੈ ਕੇ ਉਹਨਾਂ ਕੋਲ ਆ ਗਿਆ, ਯਾਨੀ ਕਿ ਚਾਹੇ ਮੰਤਰੀ ਤੋਂ ਸਵਾਲ ਕਰੀਏ ਚਾਹੇ ਸਟੇਟ ਦੇ ਮੁਖੀ ਤੋਂ ਸਵਾਲ ਕਰੀਏ, ਸਵਾਲ ਇੱਕੋ ਬੰਦੇ ਨੂੰ ਹੋਏਗਾ, ਉਹ ਹੋਏਗਾ ਚੀਫ ਮਿਨਿਸਟਰ ਨੂੰ। ਜਾਂ ਤਾਂ ਹਰਜੋਤ ਬੈਂਸ ਕੋਲ ਹੀ ਰਹਿੰਦਾ ਤਾਂ ਘੱਟੋ ਘੱਟ ਅਸੀਂ ਹਰਜੋਤ ਬੈਂਸ ਨੂੰ ਪੁੱਛਦੇ, ਤੇ ਫਿਰ ਸੀਐਮ ਸਾਹਿਬ ਵੀ ਇੰਟਰਵੀਨ ਕਰ ਲੈਂਦੇ ਕਿ ਵੀ ਬੈਂਸ ਸਾਹਿਬ ਇਹ ਕੀ ਕਰੀ ਜਾ ਰਹੇ ਹੋ, ਕਿੰਨਾ ਝਮੇਲਾ ਪੈ ਚੁੱਕਿਆ, ਤੁਸੀਂ ਇਸ ਤੇ ਕੁਝ ਕਰਦੇ ਕਿਉਂ ਨਹੀਂ। ਹੁਣ ਤਾਂ ਉਹ ਵੀ ਚੀਜ਼ ਨਹੀਂ ਰਹੀ, ਹੁਣ ਤਾਂ ਦੋਨੋਂ ਇਹਨਾਂ ਕੋਲੇ ਆ ਗਏ ਤਾਂ ਔਰ ਖੁਦ ਸੀਐਮ ਇਸ ਤੇ ਜਵਾਬ ਨਹੀਂ ਦੇ ਰਹੇ, ਡੀਜੀਪੀ ਸਾਹਿਬ ਨੂੰ ਅੱਗੇ ਕੀਤਾ ਹੋਇਆ। ਤਾਂ ਜਿਹੜੀ ਕੱਲ ਇੰਟਰਵਿਊ ਹੋਈ ਹੈ ਉਸ ਤੋਂ ਤਾਂ ਕਲੀਅਰ ਹੀ ਲੱਗ ਰਿਹਾ ਹੈ ਕਿ ਜੀ ਇਹ ਸਰਕਾਰ ਨੂੰ ਮੂੰਹ ਚੜਾਉਣ ਵਾਲੀ ਗੱਲ ਹੋਈ ਹੈ ਕਿ ਦੇਖੋ ਤੁਸੀਂ ਕਹੀਏ ਨੇ ਸਾਡੇ ਨਹੀਂ ਹੋਈ, ਆ ਲੋ ਇੱਕ ਹੋਰ ਲੋ। ਤੇ ਉਹ ਮੈਂ ਜਿਹੜੀ ਇਹ ਗੱਲ ਉਹ ਕਰ ਰਿਹਾ ਕਿ ਸਿੱਟਿਆ ਗਿਆ ਫੋਨ, ਦੇਖੋ ਉਹ ਸੰਭਵ ਨਹੀਂ ਹੈਗਾ ਮੈਨੂੰ ਜੋ ਲੱਗਦਾ, ਕਿਉਂਕਿ ਮੈਂ ਉਹ ਜੇਲ੍ਹ ਦੇਖੀ ਹੋਈ ਹੈ ਬਠਿੰਡਾ ਵਾਲੀ, ਬਹੁਤ ਬਾਹਰ ਜੇਲ੍ਹ ਹੈ ਸ਼ਹਿਰ ਤੋਂ, ਹਾਈ ਸਿਕਿਉਰਿਟੀ ਦੇ ਵਿੱਚ, ਨੇੜੇ ਤੇੜੇ ਵੀ ਕਿਸੇ ਨੂੰ ਉੱਥੇ ਆਣ ਨਹੀਂ ਦਿੰਦੇ। ਤੇ ਅੰਦਰ ਜਿਹੜੀ ਬਾਹਰਲੀ ਦੀਵਾਰ ਹੈ ਉਹ ਬਹੁਤ ਉੱਚੀ ਹੈ ਤੇ ਉਹਦੇ ਅੰਦਰ ਫਿਰ ਇੱਕ ਹੋਰ ਦੀਵਾਰ ਹੈ, ਯਾਨੀ ਕਿ 2 ਦੀਵਾਰਾਂ ਦੇ ਵਿੱਚ ਵਾਲਾ ਇੱਕ ਕਾਫੀ ਵੱਡਾ ਪੈਚ ਹੈ। ਉਸ ਤੋਂ ਬਾਹਰ ਜਾ ਕੇ ਫਿਰ ਅੱਗੇ ਜਿਹੜੀਆਂ ਬੈਰਕਸ ਸ਼ੁਰੂ ਹੁੰਦੀਆਂ ਨੇ, ਤੇ ਜਿਹੜੀਆਂ ਇਹਨਾਂ ਦੀਆਂ ਬੈਰਕਸ ਨੇ ਜਿਹੜੇ ਮਤਲਬ ਹਾਈ ਸਿਕਿਉਰਿਟੀ ਵਾਲੇ ਬੰਦੇ ਹੈਗੇ ਆ 60, ਜਿਵੇਂ ਕੱਲ ਕਿਹਾ ਗਿਆ ਕਿ 60 ਬੰਦੇ ਨੇ ਉੱਥੇ ਇਦਾਂ ਦੇ, ਉਹ ਬਹੁਤ ਅੱਗੇ ਜਾ ਕੇ ਨੇ, ਉਹ ਨੇੜੇ ਤੇੜੇ ਵੀ ਨਹੀਂ ਹੈਗੇ। ਤੇ ਇਸ ਕਰਕੇ ਜਿਹੜਾ ਇਹ ਕਿਹਾ ਜਾ ਰਿਹਾ ਕਿ ਇਹ ਸਿਰਫ ਇਸ ਕਰਕੇ ਕਹਾਇਆ ਜਾ ਰਿਹਾ ਕਿ ਜੀ ਸਿੱਧਾ ਉੱਥੋਂ ਹੀ ਆ ਰਹੀ ਹੈ ਅਸੀਂ ਖੁਦ ਹੀ ਚਾਹੁੰਦੇ ਹਾਂ ਕਿ ਅਸੀਂ ਗੱਲ ਕਰ ਲਈਏ, ਪਰ ਮੈਨੂੰ ਇਹ ਨਹੀਂ ਲੱਗ ਰਿਹਾ। ਮੈਨੂੰ ਇਹ ਸਾਫ਼ ਲੱਗ ਰਿਹਾ ਇਹਦੇ ਪਿੱਛੇ ਕੋਈ ਇੱਕ ਵੱਡੀ ਸਾਜ਼ਿਸ਼ ਹੈ, ਉਹ ਚਾਹੇ ਸੈਂਟਰ ਦੀਆਂ ਏਜੰਸੀਆਂ ਦੀ ਹੋਏ ਚਾਹੇ ਸਟੇਟ ਦੀ ਏਜੰਸੀ ਦੀ ਹੋਏ। ਮੈਂ ਹਜੇ ਤੱਕ ਕਿਉਂਕਿ ਇਸ ਨਤੀਜੇ ਤੱਕ ਅਸੀਂ ਨਹੀਂ ਪਹੁੰਚ ਸਕੇ, ਲੇਕਿਨ ਇਹ ਸਾਜ਼ਿਸ਼ ਹੈ ਔਰ ਇਹਨੂੰ ਟਰੈਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਲ੍ਹ ਤੋਂ ਨਹੀਂ ਹੋ ਰਿਹਾ ਹੈ, ਜੇਲ੍ਹ ਤੋਂ ਸਿੱਧਾ ਨਹੀਂ ਹੋ ਰਿਹਾ, ਉਹਦੀ ਚਾਹਤ ਮਤਲਬ ਉਹਨੂੰ ਸਿੱਟਿਆ ਜਾ ਰਿਹਾ ਫੋਨ ਤੇ ਉੱਥੋਂ ਕਰ ਰਿਹਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਫੋਨ ਪਹੁੰਚਾਇਆ ਜਾ ਰਿਹਾ ਹੈ ਬਕਾਇਦਾ ਔਰ ਪਹੁੰਚਾ ਕੇ ਹੀ ਕੀਤਾ ਜਾ ਰਿਹਾ, ਇਹਦੇ ਵਿੱਚ ਕੋਈ ਮੈਨੂੰ ਸ਼ੱਕ ਨਹੀਂ ਹੈਗਾ। ਇੰਦਰਪ੍ਰੀਤ ਜੀ, ਜਦੋਂ ਡੀਜੀਪੀ ਸਾਹਿਬ ਦਾਅਵਾ ਕਰ ਰਹੇ ਸੀ, ਉਹਨਾਂ ਨੇ ਇੱਕ ਤੱਥ ਦੱਸਿਆ ਸੀਗਾ ਕਿ ਅਸੀਂ ਬੀਐਸਐਫ ਚੋਂ ਡੈਪੂਟੇਸ਼ਨ ਤੇ ਆਏ ਹੋਏ ਨੇਗੀ ਨੇ ਜਿਹੜੇ ਉੱਥੋਂ ਜੇਲ੍ਹ ਦੇ ਕਰਤਾ ਧਰਤਾ ਨੇ ਉਹਨੂੰ ਦੇਖਦੇ ਆ, ਔਰ ਉਹਨਾਂ ਦੇ ਸਟ੍ਰਿਕਟ ਤੇ ਸਖਤ ਹੋਣ ਦੀ ਗੱਲ ਹੋ ਵੀ ਰਹੀ ਹੈ। ਦੂਜੇ ਬੰਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਅੰਦਰਲੀ ਸਿਕਿਉਰਿਟੀ ਆ ਉਹ ਸੀਆਰਪੀਐਫ ਕੋਲੇ ਆ, ਉਹ ਪੰਜਾਬ ਪੁਲਿਸ ਦੂਜੀ ਲੇਅਰ ਦੇ ਵਿੱਚ ਜਾ ਕੇ ਆ। ਸੋ ਇਹ ਜੇਕਰ ਸਭ ਕੁਝ ਇੰਜ ਵਾਪਰ ਰਿਹਾ, ਪਹਿਲੀ ਗੱਲ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕੀ ਇਹਦੇ ਵਿੱਚ ਕੋਈ ਜੇਲ੍ਹ ਅਧਿਕਾਰੀ ਸ਼ਾਮਲ ਨੇ, ਉਹ ਕਿਸੇ ਵੀ ਥਾਂ ਦੇ ਨੇ, ਮੈਂ ਨਹੀਂ ਕਹਿੰਦਾ ਬਠਿੰਡੇ ਦੇ ਨੇ, ਉਹ ਜੈਪੁਰ ਦੇ ਨੇ, ਕਿੱਥੇ ਦੇ ਨੇ, ਕੋਈ ਤਾਂ ਸ਼ਾਮਲ ਹੈ। ਔਰ ਜਿੰਨਾ ਫ੍ਰੀਲੀ 37 ਮਿੰਟ ਦੀ ਇਹ ਇੰਟਰਵਿਊ ਸੀ, ਆਮ ਸਵਾਲ ਸਧਾਰਨ ਬੁੱਧੀ ਵਾਲੇ ਲੋਕ ਸਵਾਲ ਲਿਖ ਕੇ ਭੇਜ ਰਹੇ ਆ ਕਿ ਆਖਰ 37 ਮਿੰਟ ਤੱਕ ਉਸ ਸੈੱਲ ਵੱਲ ਕੋਈ ਗਿਆ ਹੀ ਨਹੀਂ। ਹਾਈ ਸਿਕਿਉਰਿਟੀ ਕਿਹਨੂੰ ਕਹਿੰਦੇ ਆ, ਕੈਮਰੇ ਕਿਹਨੂੰ ਕਹਿੰਦੇ ਆ, ਸੀਸੀਟੀਵੀ ਸਰਵੇਲੈਂਸ ਕਿਹਨੂੰ ਕਹਿੰਦੇ ਆ। ਮਤਲਬ ਜੇਕਰ ਡੀਜੀਪੀ ਸਾਹਿਬ ਕਹਿ ਰਹੇ ਨੇ ਕਿ ਸਾਡੇ ਉਹ ਸੈੱਲ 24 ਘੰਟੇ ਸੀਸੀਟੀਵੀ ਦੀ ਨਜ਼ਰ ਥੱਲੇ ਆ,
ਤੇ ਫਿਰ ਇਹ ਐਕਟ ਕਿਵੇਂ ਵਾਪਰ ਜਾਂਦਾ? ਆਖਰ ਇਹ ਸਵਾਲਾਂ ਦੇ ਜਵਾਬ ਤਾਂ ਕਿਸੇ ਨੂੰ ਦੇਣੇ ਪੈਣਗੇ। ਮੈਨੂੰ ਲੱਗਦਾ ਕਿ ਜੇ ਪੰਜਾਬ ਸਰਕਾਰ ਨੇ ਸੁਰਖਰੂ ਹੋਣਾ ਸੀ ਤਾਂ ਸਭ ਤੋਂ ਪਹਿਲਾਂ ਜਦੋਂ ਉਹ ਪਹਿਲੀ ਇੰਟਰਵਿਊ ਆਉਂਦੀ ਆ ਉਹਨਾਂ ਨੂੰ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਦੇਣੀ ਚਾਹੀਦੀ ਸੀ, ਕੋਈ ਸਪੈਸ਼ਲ ਇਨਵੈਸਟੀਗੇਸ਼ਨ ਐਸਆਈਟੀ ਕਾਇਮ ਕਰਨੀ ਚਾਹੀਦੀ ਸੀ ਔਰ ਹਾਈ ਅਫੀਸ਼ੀਅਲ ਉਹਦੇ ਚਲਾਉਣੇ ਚਾਹੀਦੇ ਸੀ। ਡੀਜੀਪੀ ਰੈਂਕ ਦੇ ਕਿੰਨੇ ਅਧਿਕਾਰੀ ਆ ਸਾਡੇ ਕੋਲੇ, ਕਿਸੇ ਦੀ ਅਗਵਾਈ, ਸਖਤ ਅਧਿਕਾਰੀ ਦੀ ਅਗਵਾਈ 'ਚ ਇਹ ਬਣਾਉਣੀ ਚਾਹੀਦੀ ਸੀ ਤਾਂ ਕਿ ਉਹ ਸੁਹਿਰਦ ਲੱਗਦੇ ਕਿ ਕਿੱਥੋਂ ਹੋਈ, ਫਿਰ ਉਹ ਚੈੱਕ ਕਰ ਲੈਂਦੇ ਜੇ ਇੱਥੋਂ ਨਹੀਂ ਹੋਈ ਤੇ ਕਿੱਥੋਂ ਹੋਈ ਹੈ। ਘੱਟੋ ਘੱਟ ਇਹਦੇ ਤੇ ਸਫਾਈਆਂ ਦੇਣ ਨਾਲੋਂ ਕੋਈ ਐਫਆਈਆਰ ਤੱਕ ਦਰਜ ਨਾ ਕਰਨ ਨਾਲੋਂ, ਕਿਉਂਕਿ ਸੈਂਸਿਟਿਵ ਮਾਮਲੇ ਨੇ, ਡਰ ਦੇ ਮਾਮਲੇ ਨੇ, ਇਹਨਾਂ ਤੇ ਜ਼ੁਬਾਨ ਖੋਲਣੀ ਬਹੁਤ ਔਖੀ ਹੋ ਜਾਂਦੀ ਸਾਰੀਆਂ ਧਿਰਾਂ ਨੂੰ, ਉਹ ਵੀ ਜਦੋਂ ਪੰਜਾਬ ਦੇ ਵਿੱਚ ਪੋਲਿਟਿਕਸ ਇਹਨਾਂ ਅਮਨ ਕਾਨੂੰਨ ਦੇ ਮਾਮਲਿਆਂ 'ਚ ਹੀ ਚੱਲ ਰਿਹਾ, ਸਾਰੀ ਪੋਲਿਟਿਕਸ, ਇਲਜ਼ਾਮ ਤਰਾਸ਼ੀਆਂ, ਇਹ ਸਾਰੀਆਂ ਗੱਲਾਂ ਹੋ ਰਹੀਆਂ। ਇਹਦੇ ਉੱਤੇ ਵੈਸੇ ਇੰਦਰਪ੍ਰੀਤ ਜੀ ਆਖਰੀ ਤੁਹਾਡੀ ਟਿੱਪਣੀ ਐ ਰਹੂਗੀ, ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਇਹਦੇ 'ਚ ਪੰਜਾਬ ਸਰਕਾਰ ਜਾਂਚ ਵੱਲ ਨਾ ਅੱਗੇ ਵੱਧ ਕੇ ਕੀ ਸਾਬਤ ਕਰਨਾ ਚਾਹ ਰਹੀ ਹੈ? ਮੈਂ ਉਹੀ ਜਿਹੜੀ ਤੁਹਾਨੂੰ ਪਹਿਲੀ ਸ਼ੁਰੂਆਤ ਹੀ ਮੈਂ ਆਪਣੀ ਇਸ ਗੱਲ ਤੋਂ ਕੀਤੀ ਸੀ ਕਿ ਇੱਕ ਤਾਂ ਜਿਹੜਾ ਸੀਐਮ ਦਾ ਅੱਗੇ ਨਹੀਂ ਆਣਾ, ਇਹ ਬੜਾ ਇੱਕ ਅੱਛਾ ਕਦਮ ਨਹੀਂ ਹੈ ਜਿਹੜਾ ਉਹਨਾਂ ਦਾ, ਮੈਨੂੰ ਲੱਗ ਰਿਹਾ, ਜੋ ਉਹ ਅੱਗੇ ਆਪ ਨਹੀਂ ਆ ਰਹੇ। ਦੂਜਾ ਫਿਰ ਇਹ ਜਿਹੜਾ ਤੁਸੀਂ ਨਹੀਂ ਕਰਦੇ, ਐਫਆਈਆਰ ਨਹੀਂ ਕੀਤੀ ਤੇ ਉਸ ਤੋਂ ਬਾਅਦ ਹਜੇ ਵੀ ਕੋਈ ਐਸਆਈਟੀ ਦਾ ਗਠਨ ਨਹੀਂ ਕੀਤਾ, ਹੁਣ ਲਗਾਤਾਰ ਦੂਸਰਾ ਹੋ ਗਿਆ। ਇਹ ਤਾਂ ਕੱਲ ਹੀ ਕਰ ਦੇਣੀ ਚਾਹੀਦੀ ਸੀ, ਵੈਸੇ ਤਾਂ ਪਹਿਲਾਂ ਹੀ ਹੁਣ ਬਣਦੀ ਸੀ, ਲੇਕਿਨ ਕੱਲ ਤਾਂ ਫਿਰ ਬਿਲਕੁਲ ਬਹੁਤ ਜ਼ਰੂਰੀ ਸੀ। ਇਹ ਫਿਰ ਜਿਹੜੇ ਇਹ ਸਵਾਲ ਖੜੇ ਕਰਨ ਲਈ ਇੱਕ ਸਪੇਸ ਦੇ ਦਿੰਦਾ ਹੈ ਕਿ ਜੀ ਇਸ 'ਚ ਸਰਕਾਰ ਦੀ ਹੀ ਸ਼ਮੂਲੀਅਤ ਹੈ, ਕਿਉਂਕਿ ਅੱਗੇ ਸਿੱਧੂ ਮੂਸੇਵਾਲਾ ਦੀ ਬਰਸੀ ਹੈ, ਉਸ ਤੇ ਵਾਕਈ ਬਹੁਤ ਇਕੱਠ ਹੋਣਾ ਹੈ ਤੇ ਉਸ 'ਚ ਪੋਲਿਟਿਕਸ ਵੀ ਪੂਰੀ ਹੋਏਗੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਸਰਕਾਰ ਖੁਦ ਹੀ ਸਵਾਲ ਖੜੇ ਕਰਨ ਲਈ ਸਪੇਸ ਦੇਈ ਜਾ ਰਹੀ ਹੈ। ਇਹੀ ਵੱਡੇ ਸਰਕਾਰ ਦੇ ਲਿਹਾਜ਼ ਨਾਲ ਤਾਂ ਮੈਨੂੰ ਇਹੀ ਲੱਗਦਾ ਕਿ ਉਹਨਾਂ ਦੀ ਇਸ ਪੱਖੋਂ ਬਹੁਤ ਵੱਡੀ ਨਲਾਇਕੀ ਹੈ ਇਹ। ਰੰਧਾਵਾ ਜੀ, ਏਦਾਂ ਲੱਗਦਾ ਡੀਜੀਪੀ ਦੀ ਪ੍ਰੈਸ ਕਾਨਫਰੰਸ ਨੂੰ ਦੇਖਣ ਤੋਂ ਬਾਅਦ ਇਸ ਦੂਜੇ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਕੁਝ ਜਵਾਬ ਦਿੱਤੇ ਨੇ, ਕਿਉਂਕਿ ਉਹ ਪੀਲੀ ਟੀ-ਸ਼ਰਟ ਦੀ ਡੀਜੀਪੀ ਸਾਹਿਬ ਗੱਲ ਕਰਦੇ ਸੀ, ਕਹਿੰਦੇ ਲਓ ਔਰੇਂਜ ਆ ਗਈ ਹੁਣ। ਉਹ ਦਾੜੀ ਵੱਡੀ ਹੋਣ ਦੀ ਗੱਲ ਕਰਦੇ ਸੀ, ਕਹਿੰਦੇ ਦਾੜੀ ਕੱਟੀ ਹੋਈ ਆ ਗਈ ਹੁਣ। ਔਰ ਉਸ ਤੋਂ ਇਲਾਵਾ ਕਿਸ ਤਰੀਕੇ ਨਾਲ ਉਹ ਆਪਣੀ ਬੈਰਕ ਦਿਖਾ ਰਹੇ ਨੇ, ਪਿੱਛੇ ਜੇਲ੍ਹ ਦੀ ਬੈਰਕ ਵੀ ਦਿਖਾ ਰਹੇ ਨੇ। ਇਸ ਟਾਈਮ ਰਾਤ ਹੋਈ ਹੈ ਔਰ ਉਸ ਟਾਈਮ ਔਰ ਨਾਲ ਦੇ ਨਾਲ ਭਗਵੰਤ ਮਾਨ ਉਹਨਾਂ ਦਾ ਉਹ ਕਲੇਮ ਕਿ ਯੂਐਸ ਦੀ ਏਜੰਸੀ ਨੇ ਗੋਲਡੀ ਬਰਾੜ ਨੂੰ ਫੜ ਲਿਆ। ਉਹਨਾਂ ਨੇ ਕਿਹਾ ਮੇਰੀ ਗੋਲਡੀ ਬਰਾੜ ਨਾਲ ਗੱਲ ਹੋਈ, ਉਹ ਕਹਿੰਦਾ ਮੈਂ ਤਾਂ ਅਮਰੀਕਾ ਹੈ ਹੀ ਨਹੀਂ। ਯਾਨੀ ਉਹਨਾਂ ਤਮਾਮ ਗੱਲਾਂ ਦਾ ਜਵਾਬ ਜਿਹੜੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਸੀਗੀ, ਖਾਸ ਕਰਕੇ ਡੀਜੀਪੀ ਸਾਹਿਬ ਕਰ ਰਹੇ ਸੀਗੇ, ਉਹਦਾ ਜਵਾਬ ਇਸ ਸੈਕਿੰਡ ਇੰਟਰਵਿਊ ਦੇ ਵਿੱਚ ਦਿੱਤਾ ਹੈ। ਔਰ ਡੀਜੀਪੀ ਸਾਹਿਬ ਇਹ ਵੀ ਕਹਿ ਰਹੇ ਸੀਗੇ ਗੋਬਿੰਦਵਾਲ ਵਾਲੇ ਇਨਸੀਡੈਂਟ ਜਿਹੜਾ ਪਿੱਛੇ 2 ਗੈਂਗਸਟਰ ਮਾਰੇ ਗਏ ਸੀ, ਕਤਲ ਹੋਇਆ ਸੀ, ਉਹਦਾ ਵੀ ਇਸ ਇੰਟਰਵਿਊ ਦੇ ਵਿੱਚ ਕੋਈ ਗੱਲਬਾਤ ਨਹੀਂ ਹੈ। ਇਹਦਾ ਮਤਲਬ ਹੈ ਪੁਰਾਣਾ ਇੰਟਰਵਿਊ ਹੈ। ਹੁਣ ਨਵੇਂ ਇੰਟਰਵਿਊ 'ਚ, ਦੂਜੇ ਇੰਟਰਵਿਊ ਤੋਂ ਉਹਨਾਂ ਨੇ ਉਹ ਵੀ ਇਨਸੀਡੈਂਟ ਕਰਤਾ ਵੀ ਕਿੱਦਾਂ ਭਗਵਾਨਪੁਰ ਜਿਹੜਾ ਜੱਗੂ ਭਗਵਾਨਪੁਰੀਆ ਸੀ, ਉਹਨਾਂ ਦੇ ਬੰਦਿਆਂ ਨੇ ਅਟੈਕ ਕੀਤਾ ਸਾਡੇ ਬੰਦਿਆਂ ਦੇ ਉੱਤੇ ਤੇ ਇਨ ਰਿਟੈਲੀਏਸ਼ਨ ਸਾਡੇ ਬੰਦਿਆਂ ਨੇ ਉਹਨਾਂ ਨੂੰ ਮਾਰਤਾ। ਇਹ ਆਪਣੇ ਆਪ ਵਿੱਚ ਇੱਕ ਜਵਾਬ ਹੈ ਡੀਜੀਪੀ ਸਾਹਿਬ ਦੀ ਉਸ ਪ੍ਰੈਸ ਕਾਨਫਰੰਸ ਦਾ। ਔਰ ਇਹ ਸ਼ਾਇਦ ਬਾਅਦ ਚੋਂ ਹੀ ਹੋਈ ਹੈ, ਬਜਾਏ ਕਿ ਇਹਦੀ ਇਨਵੈਸਟੀਗੇਸ਼ਨ ਕਰਨੀ ਕਿ ਇਹ ਕਿਉਂ ਤੇ ਕਿੱਥੇ ਤੇ ਕਿੱਦਾਂ ਹੋਈ ਹੈ। ਡੀਜੀਪੀ ਸਾਹਿਬ ਦਾ ਇਹ ਬਾਰ-ਬਾਰ ਇਹ ਕਹਿਣਾ ਕਿ ਨਹੀਂ ਇੱਥੇ ਹੋਈ ਨਹੀਂ, ਉਹ ਇੱਕ ਅਜੀਬ ਜਿਹੀ ਸਥਿਤੀ ਹੈ ਜਿਹਦੇ ਕਰਕੇ ਇਹ ਗੱਲ ਹੁਣ ਹਾਈ ਕੋਰਟ ਵੀ ਪਹੁੰਚ ਗਈ ਹੈ ਔਰ ਹਾਈ ਕੋਰਟ ਦੇ ਵਿੱਚ ਅਗਲੇ ਹਫਤੇ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਹੋਣੀ ਹੈ। ਕੋਈ ਫੈਸਲਾ ਹਾਈ ਕੋਰਟ ਦੀ ਤਰਫੋਂ ਆਉਂਦਾ ਹੈ ਕਿ ਅੱਗੇ ਚੱਲ ਕੇ ਇਹ ਜਿਹੜੀ ਇਨਵੈਸਟੀਗੇਸ਼ਨ ਕੇਂਦਰ ਦੀ ਏਜੰਸੀ ਜਾਂ ਕੋਈ ਹੋਰ ਇੰਡੀਪੈਂਡੈਂਟ ਏਜੰਸੀ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਕਰਨ ਤੇ ਇਹ ਗੱਲ ਅੱਗੇ ਵੀ ਵੱਧ ਸਕਦੀ ਹੈ ਔਰ ਸਰਕਾਰ ਵਾਸਤੇ ਇਹ ਐਮਬੈਰਸਮੈਂਟ ਹੋਰ ਜ਼ਿਆਦਾ ਵੱਡੀ ਹੋ ਸਕਦੀ ਹੈ। ਹਾਈ ਕੋਰਟ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਵੀ ਡਾਇਰੈਕਸ਼ਨ ਦੇ ਸਕਦੀ ਹੈ, ਡੀਜੀਪੀ ਨੂੰ ਵੀ ਡਾਇਰੈਕਸ਼ਨ ਦੇ ਸਕਦੀ ਹੈ, ਪੰਜਾਬ ਪੁਲਿਸ ਤੋਂ ਵੀ ਕਰਵਾ ਸਕਦੀ ਹੈ, ਕਿਉਂਕਿ ਅਜੇ ਤੱਕ ਤਾਂ ਜਾਂਚ ਸ਼ੁਰੂ ਨਹੀਂ ਹੋਈ ਨਾ। ਰੰਧਾਵਾ ਸਾਹਿਬ, ਇਹਦੇ 'ਚ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਪੁਲਿਸ ਤੋਂ ਨਹੀਂ ਕਰਵਾਈ ਜਾਏਗੀ, ਕਿਉਂਕਿ 2 ਸਟੇਟਾਂ ਦਾ ਮਾਮਲਾ ਜੁੜ ਗਿਆ ਹੁਣ ਤਾਂ ਸ਼ਾਇਦ ਉਹ ਪੱਕੇ ਤੌਰ ਤੇ ਹੀ ਸੈਂਟਰਲ ਏਜੰਸੀ ਤੋਂ ਹੀ ਕਰਵਾਉਣੀ ਪਏਗੀ, ਕਿਉਂਕਿ ਇੱਕ ਸਟੇਟ ਦਾ ਹੁੰਦਾ ਅਗਰ ਪੰਜਾਬ ਦਾ ਫਿਰ ਤਾਂ ਕਰਾ ਸਕਦੇ ਸੀਗੇ, ਹੁਣ 2 ਸਟੇਟਾਂ ਦਾ ਮਾਮਲਾ ਤਾਂ ਸ਼ਾਇਦ ਹਾਈ ਕੋਰਟ ਫਿਲਹਾਲ ਇਹਨੂੰ ਲੈਂਦੀ ਕਿਵੇਂ ਆ? ਪੰਜਾਬ ਸਰਕਾਰ ਤੇ ਜੈਪੁਰ ਦੀ ਸਰਕਾਰ ਦੇ ਵਕੀਲ ਉੱਥੇ ਆ ਕੇ ਕੀ ਪੱਖ ਰੱਖਦੇ? ਕਿਉਂਕਿ ਮੈਨੂੰ ਲੱਗਦਾ ਪਹਿਲਾਂ ਨੋਟਿਸ ਹੋਊਗਾ, ਨੋਟਿਸ ਹੋ ਸਕਦਾ ਸ਼ਾਰਟ ਪੀਰੀਅਡ ਦਾ ਹੋ ਜੇ, ਪਰ ਇਹ ਨੋਟਿਸ ਹੋ ਸਕਦਾ ਹੈ। ਉਂਝ ਇਹਦੇ ਵਿੱਚ ਇਹ ਸਵਾਲ ਕਾਫੀ ਵੱਡਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਹਰ ਗੱਲ ਨੂੰ ਤੁਸੀਂ ਪੁਖਤਗੀ ਨਾਲ ਉਹਦੀ ਤਸਦੀਕ ਨਹੀਂ ਕਰ ਸਕਦੇ ਕਿ ਜੋ ਕਹਿ ਰਹੇ ਉਹੀ ਅੰਤਮ ਸੱਚ ਹੈ। ਐਸੀਆਂ ਇੰਟਰਵਿਊਜ਼ ਜਾਂ ਐਸੇ ਮਾਹੌਲ ਦੇ ਵਿੱਚ ਕਈਆਂ ਗੱਲਾਂ ਕਈ ਵਾਰੀ ਬੜੀਆਂ ਸਿੱਧਤ ਹੁੰਦੀਆਂ, ਤੁਸੀਂ ਕਈ ਜਾਂਚਾਂ ਦੇ ਵਿੱਚੋਂ ਲੰਘ ਰਹੇ ਹੁੰਦੇ ਹੋ, ਕਈ ਚੀਜ਼ਾਂ ਨੂੰ ਮਿਸਲੀਡ ਕਰਨ ਲਈ ਕਈ ਪਾਸੇ। ਸੋ ਇਸ ਗੱਲ ਨੂੰ ਅੰਤਮ ਸੱਚ ਮੰਨ ਲੈਣਾ ਵੀ ਇਹ ਇਸ ਇੰਟਰਵਿਊ ਦੇ ਵਿੱਚ ਆਹ ਗੱਲ ਕਹੀ ਗਈ ਸੀ ਤੇ ਇਹੀ ਗੱਲ ਸੱਚ ਹੈ, ਸਰਕਾਰ ਇਹ ਬਿਲਕੁਲ ਇਹਨੂੰ ਡਿਨਾਈ ਕਰੂਗੀ ਵੀ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਅਸੀਂ ਇਸ ਗੱਲ ਨੂੰ ਵੀ ਨਹੀਂ ਮੰਨਦੇ ਕਿ ਅਮਰੀਕਾ ਦੇ ਵਿੱਚ ਗੋਲਡੀ ਬਰਾੜ ਹੈ ਕਿ ਨਹੀਂ, ਕੈਨੇਡਾ 'ਚ ਹੈ, ਕਿੱਥੇ ਆ। ਉਹ ਸਾਰੀਆਂ ਗੱਲਾਂ ਜਿਹੜੀਆਂ ਮਿਸਲੀਡ ਕਰਨ ਵਾਲੀਆਂ ਵੀ ਹੁੰਦੀਆਂ ਨੇ ਔਰ ਇਹ ਗੱਲ ਆਮ ਤੌਰ ਤੇ ਚੱਲਦੀ ਰਹਿੰਦੀ ਹੈ।
ਇੰਦਰਪ੍ਰੀਤ ਜੀ, ਅਗਲੀ ਖਬਰ ਜ਼ਰੂਰ ਆਪਾਂ ਲੈ ਲਈਏ। ਜਦੋਂ ਕੋਰਟਾਂ ਦੀ ਗੱਲ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਲਈ, ਉਹ ਮਾਮਲਾ ਜ਼ਰਾ ਅੱਗੇ ਵਧਾ ਦਿਓ, ਉਹ ਸਾਰਾ ਕੀ ਬਣਿਆ? ਰੰਧਾਵਾ ਸਾਹਿਬ, ਜਿਹੜੀ ਇਹ ਕੱਲ ਯਾਚਿਕਾ ਦੇ ਉੱਤੇ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਨੋਟਿਸ ਕੀਤਾ ਹੈਗਾ, ਉਹਦਾ ਜਵਾਬ ਖੈਰ ਉਹ ਦੇਣਗੇ ਕਿ ਸਰਕਾਰ ਕਿਸ ਬਿਨਾਂ ਤੇ ਉਹਨਾਂ ਕੋਲੇ ਜ਼ਮਾਨਤ ਰੱਦ ਕਰਨ ਦੀ ਮੰਗ ਰਹੀ ਹੈ। ਮੇਰਾ ਸਿਰਫ ਉਹ ਕਹਿਣਾ ਸਿਰਫ ਇਹਦੇ ਵਿੱਚ ਇਹ ਸੀਗਾ ਕਿ ਜਿਹੜਾ ਹਾਈ ਕੋਰਟ ਨੇ ਜ਼ਮਾਨਤ ਦਿੰਦੇ ਹੋਏ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਦੇਖੋ ਤਾਂ ਅਗਰ ਉਹ ਜ਼ਮਾਨਤ ਤੇ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਉਹ ਸੁਪਰੀਮ ਕੋਰਟ ਕੰਸੀਡਰ ਕਰ ਲੈਂਦੀ ਹੈ ਕਿ ਹਾਂ ਜੋ ਹਾਈ ਕੋਰਟ ਨੇ ਕਿਹਾ ਉਹ ਠੀਕ ਹੈ, ਫਿਰ ਤਾਂ ਮੈਨੂੰ ਲੱਗਦਾ ਕਿ ਸਰਕਾਰ ਦੀ ਬੜੀ ਫਜ਼ੀਅਤ ਹੋਏਗੀ ਇਹ ਕਿ ਸਾਰੀ ਪਹਿਲਾਂ ਜੋ ਉੱਥੇ ਗੱਲ ਕੀਤੀ ਸੀ ਉਹੀ ਹੁਣ ਇੱਥੇ ਕਰ ਰਹੇ ਹੋ ਤੇ ਇੱਥੋਂ ਫਿਰ ਮਿਲ ਗਈ, ਉਹ ਤਾਂ ਬਹੁਤ ਪੱਕੀ ਜ਼ਮਾਨਤ ਹੋ ਜਾਏਗੀ। ਕੇਸ ਨੂੰ ਵੀ ਅੱਗੇ ਵਧਾਉਣਾ ਬੜਾ ਔਖਾ ਹੋ ਜਾਂਦਾ ਇਸ ਤਰ੍ਹਾਂ ਦਾ। ਤਾਂ ਜੇ ਅਗਰ ਨਹੀਂ ਮੰਨਦੀ ਫਿਰ ਮੈਨੂੰ ਲੱਗਦਾ ਵਿਕਰਮ ਦਾ ਰਾਹ ਵੀ ਔਖਾ ਹੋ ਜਾਏਗਾ, ਕਿਉਂਕਿ ਵਿਕਰਮ ਆਲਰੇਡੀ 1 ਸਾਲ ਦੇ ਲਗਭਗ ਜੇਲ੍ਹ 'ਚ ਲਗਾ ਕੇ ਆ ਚੁੱਕੇ ਆ ਇਹਦੇ 'ਚ। ਤੇ ਕਿਉਂਕਿ ਹੁਣ ਅੱਗੇ ਅਕਾਲੀ ਦਲ ਨੇ ਜਿਹੜੀ ਇੱਕ ਯਾਤਰਾ ਸ਼ੁਰੂ ਕੀਤੀ ਹੋਈ ਹੈ ਪੰਜਾਬ ਬਚਾਓ ਯਾਤਰਾ, ਉਹਦੇ 'ਚ ਮੈਨੂੰ ਲੱਗਦਾ ਕਿ ਉਹਦਾ ਵੀ ਕਿਉਂਕਿ ਅਹਿਮ ਰੋਲ ਹੈ ਵਿਕਰਮ ਦਾ। ਸੁਖਬੀਰ ਬਾਦਲ ਹੁਣੀ ਆਲਰੇਡੀ ਉਹਨਾਂ ਨੂੰ ਵੀ ਨੋਟਿਸ ਹੋ ਗਿਆ ਤੇ ਉਹਨਾਂ ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਦੂਜੇ ਸਭ ਤੋਂ ਵੱਡੇ ਨੇਤਾ ਵਿਕਰਮ ਮਜੀਠੀਆ ਹੋਣੀ ਹੋਈ ਹੈਗੇ ਨੇ। ਜੇ ਦੋਨੋਂ ਹੀ ਜੇਲ੍ਹ 'ਚ ਚਲੇ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਦਾ ਰਾਹ ਬਹੁਤ ਔਖਾ ਹੋ ਜਾਣਾ ਆਉਣ ਵਾਲੇ ਟਾਈਮ ਦੇ ਵਿੱਚ। ਇਹਦੇ 'ਚ ਇੱਕ ਸਵਾਲ ਬਹੁਤ ਵੱਡਾ ਖੜਾ ਹੋ ਰਿਹਾ, ਕੀ ਸੁਪਰੀਮ ਕੋਰਟ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਵੀ ਮੰਗ ਸਕਦੀ ਹੈ ਕਿ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਉਸ ਤੋਂ ਬਾਅਦ ਕੀ ਕੀਤਾ? ਕਿਉਂਕਿ ਤੁਸੀਂ 1 ਸਾਲ ਕਹਿ ਰਹੇ ਹੋ ਵਿਕਰਮ ਮਜੀਠੀਆ, ਮੇਰੇ ਖਿਆਲ 6 ਮਹੀਨੇ ਉਹਨਾਂ ਨੂੰ ਅੰਦਰ ਰਹਿਣਾ ਪਿਆ। ਲੇਕਿਨ ਇਹ ਸਵਾਲ ਅਤੈਮ ਹੋਇਆ ਕਿ ਕੀ ਉਸ ਤੋਂ ਬਾਅਦ ਜਦੋਂ ਤੋਂ ਜ਼ਮਾਨਤ ਤੇ ਨੇ, ਕੀ ਇਨਵੈਸਟੀਗੇਸ਼ਨ ਦੇ ਰੂਪ ਵਿੱਚ ਐਸਆਈਟੀ ਨੇ ਕੁਝ ਕੀਤਾ? ਉਹਨਾਂ ਨੇ ਕਦੀ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ, ਕੋਈ ਦਸਤਾਵੇਜ਼ ਖੰਗਾਲੇ, ਕੁਝ ਕੀਤਾ? ਜੇ ਨਹੀਂ ਕੀਤਾ ਤੇ ਸੁਪਰੀਮ ਕੋਰਟ ਕਹੇਗੀ ਕਿ ਤੁਸੀਂ ਇਹਨੂੰ ਪੋਲੀਟੀਕਲ ਜਿਹਾ ਕੇਸ ਬਣਾ ਕੇ ਰੱਖਿਆ ਹੋਇਆ, ਜੇ ਤੁਹਾਨੂੰ ਇਹਦੇ ਵਿੱਚ ਕੁਝ ਹੋਰ ਕੱਢਣ ਪਾਉਣ ਲਈ ਹੈ ਹੀ ਨਹੀਂ ਤਾਂ ਫਿਰ ਤੁਸੀਂ ਇਹਨੂੰ ਅੱਗੇ ਵਧਾਉਣਾ ਹੀ ਕਿਉਂ ਚਾਹੁੰਦੇ ਹੋ? ਭਾਸਕਰ ਸਾਹਿਬ, ਇੱਕ ਇਹ ਵੀ ਪਹਿਲੂ ਔਰ ਦੂਜਾ ਜਿਹੜਾ ਸੁਖਬੀਰ ਬਾਦਲ ਨੂੰ ਨੋਟਿਸ ਹੋ ਗਿਆ, ਹੁਣ ਬਕਾਇਦਾ ਉਹਨਾਂ ਨੇ ਨੋਟਿਸ ਉਹਨਾਂ ਨੂੰ ਦਿੱਤਾ ਗਿਆ 23 ਤਰੀਕ ਨੂੰ ਪੇਸ਼ ਹੋਣ ਦਾ। ਇਸ ਤੋਂ ਪਹਿਲਾਂ ਸ਼ਾਇਦ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਰਜ਼ੀ ਲੱਗੇ ਤੇ ਉਹ ਵੀ ਬੜੀ ਨੀਝ ਲਾ ਕੇ ਦੇਖਣ ਵਾਲੀ ਗੱਲ ਆ ਕਿ ਉਹਨਾਂ ਨੂੰ ਜ਼ਮਾਨਤ ਹਾਈ ਕੋਰਟ ਚੋਂ ਮਿਲਦੀ ਹੈ ਕਿ ਨਹੀਂ। ਹਾਈ ਕੋਰਟ ਦੇ ਵਿੱਚੋਂ ਤੁਰੰਤ ਸੁਣਵਾਈ ਹੁੰਦੀ ਹੈ ਜਾਂ ਇਹਦੇ ਤੇ ਪੰਜਾਬ ਸਰਕਾਰ ਨੂੰ ਹਫ਼ਤੇ ਭਰ ਦਾ ਜੇ ਨੋਟਿਸ ਕਰਤਾ ਜਾਂਦਾ ਤੇ ਸਾਹਮਣੇ 23 ਤਾਂ ਖੜੀ ਹੈ, ਫਿਰ ਇਹ ਵੀ ਔਖੇ ਕੰਮ ਹੋ ਜਾਣਗੇ। ਸੋ ਪਹਿਲਾਂ ਵਿਕਰਮ ਵਾਲੀ ਗੱਲ ਕਿ ਜੇ ਸਟੇਟਸ ਰਿਪੋਰਟ ਮੰਗੀ ਗਈ ਤਾਂ ਕੀ ਹੁਣ ਤੱਕ ਪੰਜਾਬ ਸਰਕਾਰ ਨੇ ਇਹਦੇ ਚ ਇਨਵੈਸਟੀਗੇਸ਼ਨ ਦੇ ਰੂਪ ਚ ਕੁਝ ਅੱਗੇ ਵਧਾਈ ਗੱਲ? ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਜਿਹੜੀ ਹਾਈ ਕੋਰਟ ਨੇ ਬੇਲ ਦਿੱਤੀ ਸੀ ਉਹਦੇ ਅਗੇਂਸਟ ਰਿਵਿਊ ਪਟੀਸ਼ਨ ਪੰਜਾਬ ਸਰਕਾਰ ਨੇ ਪਾਈ ਸੀ। 4 ਹਫ਼ਤੇ ਪਹਿਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਸਰਕਾਰ ਦਾ ਵਕੀਲ ਕੋਰਟ 'ਚ ਨਹੀਂ ਪਹੁੰਚਿਆ ਸੀ ਤੇ ਫਿਰ ਸੁਪਰੀਮ ਕੋਰਟ ਨੇ ਕਿਹਾ ਸੀ ਆਪਾਂ 4 ਹਫ਼ਤੇ ਬਾਅਦ ਇਹਦੀ ਸੁਣਵਾਈ ਕਰਾਂਗੇ। ਇਸ ਤੋਂ ਪਹਿਲੇ ਵਿਕਰਮ ਸਿੰਘ ਮਜੀਠੀਆ ਦੀ ਬੇਲ ਜਦ ਹਾਈ ਕੋਰਟ ਤੋਂ ਰਿਜੈਕਟ ਹੋਈ ਸੀ, ਜਦ ਮਾਨਯੋਗ ਜੱਜ ਸਾਹਿਬਾ ਲੀਜ਼ਾ ਗਿੱਲ ਉਸ ਜਿਹੜੇ ਆਰਡਰ ਦੇ ਵਿੱਚ ਰਿਜੈਕਸ਼ਨ ਦੀ ਆਰਡਰ ਦੇ ਵਿੱਚ ਵੀ ਕੁਝ ਟਿੱਪਣੀਆਂ ਕੀਤੀ ਗਈ ਸੀ, ਕੁਝ ਗੱਲਾਂ ਕੀਤੀ ਗਈ ਸੀ ਔਰ ਉਹ ਆਪਣੇ ਆਪ ਵਿੱਚ ਕੁਝ ਸਬੂਤ ਤੱਕ ਵੀ ਉਹਦੇ ਜ਼ਿਕਰ ਕੀਤਾ ਗਿਆ ਸੀ। 20 ਦਸੰਬਰ 2022 ਨੂੰ ਸਿਧਾਰਥ ਚਟੋਪਾਧਿਆ ਉਹਨਾਂ ਦੀ ਜਿਹੜੇ ਡੀਜੀਪੀ ਹੁੰਦੇ ਸੀ ਉਹਨਾਂ ਦੀ ਕੰਪਲੇਂਟ ਦੇ ਉੱਤੇ ਇਹ ਐਫਆਈਆਰ ਦਰਜ ਹੋਈ ਸੀ ਔਰ ਜਦ 5.5 ਮਹੀਨੇ ਬਾਅਦ ਇਹਨਾਂ ਨੂੰ ਬੇਲ ਮਿਲੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਔਰ ਉਸ ਆਰਡਰ ਦੇ ਵਿੱਚ ਬੜੀ ਕੁਝ ਐਦਾਂ ਦੀ ਗੱਲਾਂ ਲਿਖੀ ਸੀ ਜਿਹਦੇ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਐਦਾਂ ਲੱਗਦਾ ਸੀ ਕਿ ਕਲੀਨ ਚਿੱਟ ਹੀ ਦੇਤੀ। ਹਾਲਾਂਕਿ ਉਸ ਆਰਡਰ ਦੇ ਵਿੱਚ ਇਹ ਲਿਖਿਆ ਸੀ ਕਿ ਸਾਡੀ ਇਹਨਾਂ ਟਿੱਪਣੀਆਂ ਦਾ ਅਸੀਂ ਆਸ ਕਰਦੇ ਹਾਂ ਕਿ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਅਸਰ ਨਹੀਂ ਪਏਗਾ ਔਰ ਪੰਜਾਬ ਪੁਲਿਸ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਸਕਦੀ ਹੈ। ਤੁਹਾਡੀ ਗੱਲ ਰੰਧਾਵਾ ਜੀ ਬਿਲਕੁਲ ਠੀਕ ਹੈ। ਸੁਪਰੀਮ ਕੋਰਟ ਪੰਜਾਬ ਸਰਕਾਰ ਤੋਂ ਇਹ ਪੁੱਛ ਸਕਦਾ ਹੈ ਕਿ ਤੁਸੀਂ ਹਜੇ ਤੱਕ ਕੀਤਾ ਕੀ? ਐਸਆਈਟੀ ਜਿਹੜੀ ਬਣੀ ਸੀ ਉਹਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਕਿਉਂ ਕੋਈ ਪੁੱਛਗਿੱਛ ਨਹੀਂ ਕੀਤੀ ਔਰ ਹੁਣ ਤੁਸੀਂ ਰਿਵਿਊ ਪਟੀਸ਼ਨ ਵਾਸਤੇ ਵੀ ਇੰਨਾ ਲੇਟ ਕਿਉਂ ਆ ਰਹੇ ਹੋ? ਚਲੋ ਇਹ ਗੱਲਾਂ ਤੇ ਤੁਰ ਰਹੀ ਹੈ ਪਰ ਹੁਣ ਫਿਲਹਾਲ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਨੋਟਿਸ ਹੋ ਗਿਆ ਔਰ ਅਗਲੇ ਹਫਤੇ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਾਈ ਹੋ ਸਕਦੀ ਹੈ। ਜਿੱਥੇ ਤੱਕ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਉਸ ਨੋਟਿਸ ਦੀ ਗੱਲ ਕਰੀਏ ਜਿਹੜਾ ਉਹਨਾਂ ਨੂੰ ਕੱਲ ਸਰਵ ਹੋਇਆ ਉਹਨਾਂ ਦੀ ਸਿਕਿਉਰਿਟੀ ਜਿਹੜੇ ਚੀਫ ਹੈਗੇ ਨੇ ਉਹਨਾਂ ਦੇ ਥਰੂ ਮਾਰਚ 23 ਦੇ ਵਿੱਚ ਉਹਨਾਂ ਨੂੰ ਕੋਰਟ 'ਚ ਪੇਸ਼ ਹੋਣਾ ਪਏਗਾ। ਉਸ ਤੋਂ ਪਹਿਲੇ ਹਾਈ ਕੋਰਟ ਦੇ ਵਿੱਚ ਅਗਰ ਉਹ ਆਪਣੀ ਜ਼ਮਾਨਤ ਦੀ ਅਰਜ਼ੀ ਲਾਉਂਦੇ ਨੇ, ਹਜੇ ਤੱਕ ਤੇ ਇਦਾਂ ਦੀ ਕੋਈ ਖਬਰ ਨਹੀਂ ਕਿ ਉਹਨਾਂ ਨੇ ਕੋਈ ਅਰਜ਼ੀ ਲਾਈ ਹੈ ਐਂਟੀਸਿਪੇਟਰੀ ਬੇਲ ਦੀ, ਪਰ 23 ਤਰੀਕ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਹੋਏਗਾ ਔਰ ਉਹ ਸਾਰੇ ਐਕਿਊਜ਼ਡ ਜਿਹੜੇ ਇਸ 7000 ਪੇਜ ਦੇ ਚਲਾਨ ਦੇ ਵਿੱਚ ਬਤੌਰ ਐਕਿਊਜ਼ਡ ਮਾਸਟਰਮਾਈਂਡ ਤੇ ਸੁਖਬੀਰ ਸਿੰਘ ਬਾਦਲ ਔਰ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਬਣਾਇਆ ਸੀਗਾ ਉਹਦੇ ਵਿੱਚ, ਪਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਿਰਫ ਬੇਲ ਮਿਲ ਚੁੱਕੀ ਹੈ। ਬਾਕੀਆਂ ਦੀ ਬੇਲ ਐਪਲੀਕੇਸ਼ਨ ਜਿਹੜੀ ਮਾਰਚ 20 ਨੂੰ ਉਹ ਫਰੀਦਕੋਟ ਦੀ ਕੋਰਟ 'ਚ ਲੱਗੇਗੀ ਜਿਹਦੇ ਵਿੱਚ ਸੁਮੇਧ ਸਿੰਘ ਸੈਣੀ, ਪਰਮਰਾਜ ਮਰਨੰਗਲ ਉਹਨਾਂ ਦੀ ਬੇਲ ਐਪਲੀਕੇਸ਼ਨ ਦੇ ਉੱਤੇ 20 ਮਾਰਚ ਨੂੰ ਸੁਣਵਾਈ ਹੋਣੀ ਹੈ
ਪਰ 23 ਤਰੀਕ ਨੂੰ ਕੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ, ਇਹਦੇ ਉੱਤੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਲੱਗਿਆ ਹੋਇਆ। ਬਿਲਕੁਲ ਅਦਾਲਤ ਦੀ ਡਿਸਕ੍ਰਿਸ਼ਨ ਹੈ ਕਿ ਉਹ ਇਹਨੂੰ ਕਿਵੇਂ ਲੈਂਦੀ ਹੈ। ਉਹ ਮੌਕੇ ਤੇ ਜ਼ਮਾਨਤ ਵੀ ਲੈ ਸਕਦੇ ਆ, ਔਰ ਉਹਦੇ ਹੋਰ ਵੀ ਕਈ ਪ੍ਰਾਵਧਾਨ ਜਿਹੜੇ ਕਾਨੂੰਨੀ ਮਾਹਰ ਆ ਉਹ ਦੱਸਦੇ ਰਹਿੰਦੇ ਇਹਨਾਂ ਮਾਮਲਿਆਂ ਦੇ ਵਿੱਚ, ਟਿੱਪਣੀਆਂ ਆਉਂਦੀਆਂ ਰਹਿੰਦੀਆਂ ਨੇ। ਪਰ ਇਹ ਕਿਉਂਕਿ ਬਹੁਤ ਪੁਰਾਣਾ ਤੇ ਨਿਆਂ ਨਾ ਮਿਲਣ ਦਾ ਮਾਮਲਾ ਬੇਅਦਬੀ ਮਾਮਲਿਆਂ 'ਚ, ਸੋ ਇਹਦੇ ਤੇ ਲਗਭਗ ਸਾਰੇ ਪੰਜਾਬ ਦੀ ਨਜ਼ਰ ਲੱਗੀ ਹੋਈ ਆ। ਇੰਦਰਪ੍ਰੀਤ ਜੀ, ਦੋ ਖਬਰਾਂ ਇਕੱਠੀਆਂ ਮੈਨੂੰ ਲੱਗਦਾ ਤੁਹਾਡੇ ਟੇਸਟ ਦੀਆਂ ਵੀ ਨੇ, ਉਹਨਾਂ ਨੂੰ ਜ਼ਰੂਰ ਐਡਰੈਸ ਕਰ ਲਓ। ਇੱਕ ਤਾਂ ਹਿਮਾਚਲ ਨੇ ਜਿਹੜਾ ਆਪਣਾ ਕਾਨੂੰਨ ਜਿਹਾ ਹੀ ਬਣਾਤਾ ਹੈ, ਹਾਈਡਰੋ ਪਲਾਂਟਸ ਹੈਗੇ, ਪਾਵਰ ਜਨਰੇਸ਼ਨ ਉਹਨਾਂ ਦੀ, ਉਹਦੇ ਉੱਤੇ ਉਹਨਾਂ ਨੇ ਸੈਸ ਲਾਤਾ। ਪੰਜਾਬ ਨੂੰ 484 ਕਰੋੜ ਕੇ 500 ਰੁਪਏ ਦੀ ਜ਼ਬਤ ਪੈਣ ਵਾਲੀ ਹੈ। ਦੂਜੇ ਬੰਨੇ SYL ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਪੇਸ਼ ਕੀਤਾ ਉਹ ਵੀ ਹੁਣ ਬਾਹਰ ਆ ਰਿਹਾ। ਦੋਵਾਂ ਚੀਜ਼ਾਂ ਨੂੰ ਇਕੱਠੇ ਐਡਰੈਸ ਕਰ। ਰੰਧਾਵਾ ਸਾਹਿਬ, ਜਿਹੜਾ ਹਿਮਾਚਲ ਪ੍ਰਦੇਸ਼ ਨੇ ਸੈਸ ਲਾਉਣ ਲਈ ਕਾਨੂੰਨ ਲੈ ਕੇ ਆਏ ਹੈ, ਉਹ ਦੇਖੋ ਪੰਜਾਬ ਲਈ ਮਹਿੰਗਾ ਤਾਂ ਸਾਬਿਤ ਹੋਣ ਵਾਲਾ ਹੀ ਹੈ। ਔਰ ਕੱਲਾ ਪੰਜਾਬ ਹੀ ਕਿਉਂ, ਉਹਦੇ ਚ ਹਰਿਆਣਾ ਵੀ ਹੈਗਾ, ਹਰਿਆਣਾ ਨੂੰ ਵੀ ਉਹਦੇ ਚ ਜਿਹੜਾ ਹਿੱਸਾ ਦੇਣਾ ਪੈਂਦਾ, ਭਾਖੜਾ ਵਗੈਰਾ ਜਿਹੜੇ ਉਹਦੇ ਹੈਗੇ ਆ, ਉਹਨਾਂ ਦਾ ਵੀ ਹਿੱਸਾ ਹੈਗਾ। ਤੋ ਜੋ ਅਸੀਂ ਆਪਣਾ ਕੈਲਕੂਲੇਟ ਕੀਤਾ ਹੈਗਾ ਉਹ 484 ਕਰੋੜ, ਉੱਪਰ ਥੱਲੇ ਹੋ ਸਕਦਾ 2-4 ਪੁਆਇੰਟ ਕਰੋੜ ਰੁਪਇਆ। ਇਹ ਜ਼ਰੂਰ ਜਿਹੜਾ ਹੈਗਾ 484 ਕਰੋੜ ਰੁਪਇਆ ਦਾ ਜਿਹੜਾ ਭਾਰ ਇਹ ਲੋਕਾਂ ਤੇ ਪਏਗਾ, ਕਿਉਂਕਿ ਬਿਜਲੀ ਓਨੀ ਫਿਰ ਮਹਿੰਗੀ ਹੋਣ ਦਾ ਇੱਕ ਸਵਾਲ ਖੜਾ ਹੋ ਗਿਆ। ਬਹੁਤ ਸਾਰੇ ਅਖਬਾਰਾਂ ਨੇ ਤਾਂ ਇਹ ਵੀ ਲਿਖਿਆ ਕਿ ਸ਼ਾਇਦ 1 ਰੁਪਏ ਪਰ ਯੂਨਿਟ ਤੱਕ ਮਹਿੰਗੀ ਹੋ ਸਕਦੀ ਹੈ। ਹੁਣ ਇਸੇ ਦੌਰਾਨ ਹੀ ਰੈਗੂਲੇਟਰੀ ਕਮਿਸ਼ਨ ਨੇ ਸੁਣਵਾਈਆਂ ਵੀ ਕਰ ਰਿਹਾ ਹੈ ਕਿ ਇਹ ਚੀਜ਼ ਉਹਦੇ ਵਿੱਚ ਪਾਈ ਜਾਏਗੀ ਕਿ ਨਹੀਂ, ਕਿ ਜਾਂ ਇਹਨੂੰ ਅੱਗੇ ਲਈ ਰੱਖ ਲਿਆ ਜਾਏਗਾ। ਤਾਂ ਇਹ ਵੀ ਜਿਹੜੀ ARR ਦੇ ਵਿੱਚ ਉਹਨੂੰ ਸੁਣਵਾਈ ਹੋਣੀ ਹੈ, ਜਿਹੜੀ ਰੈਗੂਲੇਟਰੀ ਕਮਿਸ਼ਨ ਨੇ ਕਰਨੀ ਹੈ, ਉਹ ਬਹੁਤ ਇੰਪੋਰਟੈਂਟ ਰਹੇਗੀ। ਪਰ ਮੇਰਾ ਸਵਾਲ ਫਿਰ ਉੱਥੇ ਹੀ ਹੈ, ਮੈਂ ਉਸ ਦਿਨ ਵੀ ਇਹ ਬਹੁਤ ਸਾਰੇ ਜਿਹੜੇ ਆਪਣੇ ਆਫੀਸਰਸ ਨੇ ਉਹਨਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਆਖਿਰ ਇਹ ਕੀ ਹੈ, ਤਾਂ ਉਹ ਕਿਸੇ ਕੋਲ ਵੀ ਸੈਟੀਸਫੈਕਟਰੀ ਜਵਾਬ ਨਹੀਂ ਹੈ। ਉਹ ਕਹਿ ਰਹੇ ਵੀ ਅਸੀਂ ਕਾਨੂੰਨੀ ਰਾਏ ਲੈ ਰਹੇ ਹਾਂ। ਹੁਣ ਕਾਨੂੰਨੀ ਰਾਏ ਕਿਸ ਬਾਰੇ ਲੈ ਰਹੇ ਹੋ? ਕਿ ਹਿਮਾਚਲ ਇਹ ਲਗਾ ਸਕਦਾ ਹੈ, ਇਸ ਤੇ ਲਗਾ ਰਹੇ ਹੋ, ਜਾਂ ਕੀ ਫਿਰ ਅਸੀਂ ਵੀ ਲਗਾ ਸਕਦੇ ਹਾਂ, ਇਸ ਤੇ ਲਈ ਜਾ ਰਹੀ ਹੈ? ਮਤਲਬ ਦੋਨੋਂ ਪੱਖ ਸਮਝਣ ਵਾਲੇ ਨੇ, ਕਿਉਂਕਿ ਜਿੰਨਾ ਉਹ ਸੈਸ ਲਗਾਣਗੇ ਸਾਡੇ ਕੋਲ ਵੀ ਫਿਰ ਉਨਾ ਹੀ ਅਧਿਕਾਰ ਹੋ ਜਾਊਗਾ ਵੀ ਅਸੀਂ ਜਿਹੜਾ ਰਾਜਸਥਾਨ ਨੂੰ 8 MF ਪਾਣੀ ਦਿੰਨੇ ਆ, ਜਾਂ ਇਹਨਾਂ ਨੂੰ ਦਿੰਨੇ ਆ ਹਰਿਆਣਾ ਵਾਲਿਆਂ ਨੂੰ, ਜੰਮੂ ਕਸ਼ਮੀਰ ਵਾਲਿਆਂ ਨੂੰ, ਤਾਂ ਕੀ ਸਾਡੇ ਕੋਲ ਵੀ ਫਿਰ ਉਹ ਰਾਹ ਖੁੱਲਾ ਹੈ ਕਿ ਪੰਜਾਬ ਸਰਕਾਰ ਵੀ ਫਿਰ ਉਸੇ ਤਰ੍ਹਾਂ ਦਾ ਹੀ ਸੈਸ ਲੈ ਕੇ ਆਏ? ਕਿਉਂਕਿ ਜਦੋਂ ਵੀ ਰਾਇਲਟੀ ਦਾ ਇਸ਼ੂ ਆਂਦਾ ਹੈ, ਵਿਧਾਨ ਸਭਾ 'ਚ ਬਹੁਤ ਵਾਰੀ ਇਹ ਇਸ਼ੂ ਆ ਚੁੱਕਿਆ ਰਾਇਲਟੀ ਦਾ, ਕਿ ਪੰਜਾਬ ਨੂੰ ਆਪਣੇ ਪਾਣੀ ਅਤੇ ਰਾਇਲਟੀ ਲੈਣੀ ਚਾਹੀਦੀ ਹੈ। ਪਹਿਲਾਂ ਲੈਂਦਾ ਰਿਹਾ ਪੰਜਾਬ, 1,47,000 ਦਾ ਲਾਸਟ ਚੈੱਕ ਜਿਹੜਾ ਹੈਗਾ ਮਹਾਰਾਜਾ ਗੰਗਾ ਸਿੰਘ ਨੇ ਦਿੱਤਾ ਸੀਗਾ। ਉਸ ਤੋਂ ਬਾਅਦ ਅਜੇ ਤੱਕ ਰਾਇਲਟੀ ਦੇ ਇਸ਼ੂ ਤੇ ਤਾਂ ਕੋਈ ਗੱਲ ਹੋਈ ਨਹੀਂ। ਪਰ ਕੀ ਫਿਰ ਇਹ ਦੁਬਾਰਾ ਸਾਡੇ ਕੋਲੇ ਮੌਕਾ ਹੈ ਕਿ ਅਸੀਂ ਵੀ ਫਿਰ ਸੈਸ ਲਗਾ ਕੇ ਆਪਣੇ ਲਈ ਇੱਕ ਆਮਦਨ ਦਾ ਸਰੋਤ ਵਧਾਈਏ? ਸੋ ਇਸ ਤਰ੍ਹਾਂ ਦੇ ਕਈ ਸਵਾਲ ਨੇ। ਹੁਣ ਕਾਨੂੰਨੀ ਰਾਏ ਇਸ ਤੇ AG ਸਾਹਿਬ ਜਾਂ ਉਹਨਾਂ ਦੀ ਟੀਮ ਕੀ ਦਿੰਦੀ ਹੈ, ਅਜੇ ਇਸ ਤੇ ਵਕਤ ਲੱਗੇਗਾ। ਦੂਸਰੀ ਗੱਲ ਜਿਹੜੀ ਤੁਸੀਂ SYL ਦੀ ਕੀਤੀ ਹੈ, ਇੰਦਰਪ੍ਰੀਤ ਜੀ, ਇਹ ਫਿਜ਼ੀਬਲ ਨਹੀਂ ਹੈ। ਮੈਨੂੰ ਲੱਗਦਾ ਕਿ ਤੁਸੀਂ ਬਿਜਲੀ ਜਨਰੇਸ਼ਨ ਦੇ ਉੱਤੇ ਤਾਂ ਲਾ ਸਕਦੇ ਹੋ, ਕਿਉਂਕਿ ਬਿਜਲੀ ਅਸੀਂ ਪਹਿਲਾਂ ਹੀ ਖਰੀਦ ਰਹੇ ਹਾਂ, ਕੋਈ ਫ੍ਰੀ ਤਾਂ ਲੈ ਨਹੀਂ ਰਹੇ। ਤੁਸੀਂ ਸੈਸ ਲਾਉਣ ਦਾ ਮਤਲਬ ਹੈ ਕਿ ਜੋ ਤੁਸੀਂ ਪੇ ਕਰ ਰਹੇ ਹੋ, ਅਦਾਇਗੀ ਕਰ ਰਹੇ ਹੋ, ਤੁਸੀਂ ਉਸ ਤੋਂ ਵੱਧ ਕਰੋਗੇ। ਪਰ ਤੁਸੀਂ ਰਾਜਸਥਾਨ ਜਾਂ ਕਿਸੇ ਹੋਰ ਕੋਲੋਂ ਕਿਸ ਤਰੀਕੇ ਨਾਲ ਪੈਸੇ ਲਓਗੇ? ਇਹ ਤਾਂ ਬਵਾਲ ਮਚ ਜਾਊਗਾ। ਇਹ ਤਾਂ ਕੋਰਟਾਂ ਦੇ ਮਾਮਲੇ ਹੋਣਗੇ, ਫਿਰ ਸੁਪਰੀਮ ਕੋਰਟ ਦਖਲ ਦੇਊਗੀ ਕਿ ਅਜੇ ਤੇ ਪਾਣੀਆਂ ਦੇ ਮਾਮਲੇ ਸੁਲਝੇ ਨਹੀਂ, ਤੁਸੀਂ ਪਹਿਲੇ ਪਾਣੀ ਰੋਕ ਕਿਵੇਂ ਸਕਦੇ ਹੋ? ਇਹ ਇੰਟਰਸਟੇਟ ਮਾਮਲਿਆਂ ਦੇ ਨਾਲੋਂ ਵੀ ਮਾਨਵਤਾ ਦੇ ਮਾਮਲੇ, ਦੇਸ਼ ਦੀ ਏਕਤਾ ਦਾ ਮਾਮਲਾ ਹੈ ਸਾਰਾ, ਇਹ ਬੜੇ ਮਾਮਲੇ ਆ ਜਾਣਗੇ ਇਕੱਠੇ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਇਹਦੇ ਵਿੱਚ ਇਹ ਕੋਈ ਇੰਨਾ ਸੌਖਾ ਨਹੀਂ ਹੈ, ਇਹ ਰਾਹ ਉਨਾ ਹੀ ਔਖਾ ਹੈ ਜਿਸ ਤਰ੍ਹਾਂ ਅਸੀਂ ਟਰਮੀਨੇਸ਼ਨ ਐਕਟ ਲੈ ਕੇ ਆਏ ਸੀ, ਵਾਟਰ ਟਰਮੀਨੇਸ਼ਨ ਐਕਟ, ਇਹ ਸੇਮ ਉਸੇ ਤਰ੍ਹਾਂ ਦਾ ਹੀ ਹੈ। ਇਹ ਵੀ ਬਿਲਕੁਲ ਜਾਊਗਾ, ਹਰਿਆਣਾ ਵੀ ਇਹ ਤੇ ਇਤਰਾਜ਼ ਕਰੇਗਾ, ਜੰਮੂ ਕਸ਼ਮੀਰ ਵੀ ਇਤਰਾਜ਼ ਕਰੇਗਾ, ਰਾਜਸਥਾਨ ਵੀ ਇਤਰਾਜ਼ ਕਰੇਗਾ, ਕਿਉਂਕਿ ਸਭ ਨੂੰ ਹੀ ਪੇ ਕਰਨਾ ਪੈਣਾ। ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈ, ਇਹਦਾ ਸਾਰਿਆਂ ਨੂੰ ਹੀ ਪੇ ਕਰਨਾ ਪੈਣਾ। ਸੋ ਇਹ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਜਿਹੜਾ ਐਕਟ ਹੈ ਉਹ ਸਟੈਂਡ ਕਰ ਪਾਏਗਾ। ਦੂਜਾ, ਜਿਹੜੀ ਤੁਸੀਂ ਸਾਹਿਬ ਕੁਝ ਕਹਿਣਾ ਚਾਹ ਰਹੇ, ਇਹਨਾਂ ਨੂੰ ਲੈ ਲਈਏ ਨਾਲ। ਇਸ ਤੋਂ ਪਹਿਲੇ ਰੰਧਾਵਾ ਜੀ, ਉੱਤਰਾਖੰਡ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਐਦਾਂ ਦਾ ਸੈਸ ਲਾਇਆ ਗਿਆ ਸੀ, ਔਰ ਬਾਅਦ ਚੋਂ ਕੋਰਟਾਂ ਦੇ ਵਿੱਚ ਉਹ ਰੁਲ ਗਿਆ ਸੀ। ਉਸ ਐਕਟ ਦੇ ਉੱਤੇ ਰਿਜੈਕਸ਼ਨ ਪਹਿਲੇ ਹੀ ਆ ਚੁੱਕੀ ਹੈ। ਹੁਣ ਟੀਚਾ ਹਿਮਾਚਲ ਪ੍ਰਦੇਸ਼ ਨੇ ਰੱਖਿਆ 4,000 ਕਰੋੜ ਰੁਪਏ ਵਟਣ ਦਾ, ਕਿਉਂਕਿ ਉੱਥੇ 올ਡ ਪੈਨਸ਼ਨ ਸਕੀਮ ਉਹਨਾਂ ਨੇ ਲਾਗੂ ਕਰਤੀ। ਪਹਿਲੇ ਡੀਜ਼ਲ ਪੈਟਰੋਲ 3 ਰੁਪਏ ਲੀਟਰ ਮਹਿੰਗਾ ਕਰਨ ਤੋਂ ਬਾਅਦ ਹਜੇ ਪੈਸੇ ਉਹਨੇ ਕੋ ਬਣ ਨਹੀਂ ਰਹੇ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਪਾ ਦਿਓ 4,000 ਕਰੋੜ ਰੁਪਏ ਪਾ ਕੇ, ਜਿਹਦੇ ਵਿੱਚ ਹਿੱਸਾ 500 ਕਰੋੜ ਦੇ ਕਰੀਬ ਦਾ ਪੰਜਾਬ ਦਾ ਬਣਦਾ ਹੈ। ਹੁਣ ਬਾਕੀਆਂ ਤੋਂ 3500 ਕਰੋੜ ਹੋਰ ਲੈਣੇ, ਉਹ ਲੈਣਗੇ ਕਿੱਦਾਂ? ਇਹ ਤੇ ਗੱਲ ਹਜੇ ਤੁਰੀ ਹੈ। ਕਈ ਵਾਰ ਨਾ ਪਾਣੀ ਟੈਸਟ ਕਰਦੇ ਆ ਡੂੰਘਾ ਕਿੰਨਾ ਹੈਗਾ,
ਤੇ ਹਿਮਾਚਲ ਨੇ ਇਸ ਬਿੱਲ ਨੂੰ ਪੇਸ਼ ਕਰਕੇ ਡੂੰਘੇ ਪਾਣੀ ਦੀ ਤਲਾਸ਼ ਸ਼ੁਰੂ ਕੀਤੀ ਹੈ। ਪੰਜਾਬ ਇਸ ਨੂੰ ਓਪਰਚੁਨਿਟੀ ਦੇ ਤੌਰ ਤੇ ਵੀ ਦੇਖ ਰਿਹਾ ਹੈ ਕਿ ਜੇ ਹਿਮਾਚਲ ਵਾਟਰ ਤੇ ਸੈਸ ਲਾ ਕੇ ਸਾਨੂੰ 500 ਕਰੋੜ ਸਾਡੇ ਤੋਂ ਲੈ ਸਕਦਾ ਹੈ ਤੇ ਅਸੀਂ ਕਈ ਲੱਖ ਕਰੋੜ ਦੀ ਗੱਲ ਕਰ ਸਕਦੇ ਹੋ, ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਹੈ, ਇਹ ਰੈਟਰੋਸਪੈਕਟਿਵ ਇਫੈਕਟ ਤੋਂ ਅਗਰ ਅਸੀਂ ਰਾਇਲਟੀ ਲੈਣੀ ਸ਼ੁਰੂ ਕੀਤੀ ਤੇ ਇਹ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈ ਸਾਡਾ, ਇਹ ਤੇ ਐਂ ਹੀ ਨਿਪਟ ਜਾਊਗਾ, ਬਲਕਿ ਕਈ ਲੱਖ ਕਰੋੜ ਦੀ ਇਨਕਮ ਹੋ ਜਾਏਗੀ। ਇਹ ਚੀਜ਼ਾਂ ਫਿਜ਼ੀਬਲ ਹੈ ਹੀ ਨਹੀਂ। ਪਰ ਚਲੋ, ਹੁਣ ਵਿਧਾਨ ਸਭਾ ਨੇ ਪਾਸ ਕਰਤਾ ਹਿਮਾਚਲ ਨੇ, ਕੋਰਟਾਂ ਦੇ ਵਿੱਚ ਇਹਦਾ ਕੀ ਬਣਦਾ ਹੈ ਇਹ ਵੀ ਅੱਗੇ ਚੱਲ ਕੇ ਦੇਖਣਾ, ਕਿਉਂਕਿ ਪੰਜਾਬ ਸਰਕਾਰ ਲਗਾਤਾਰ ਇੱਕੋ ਗੱਲ ਕਹਿ ਰਹੀ ਹੈ, ਅਸੀਂ ਕੋਰਟ ਦੇ ਵਿੱਚ ਇਹਦੇ ਬਾਰੇ 'ਚ ਡਿਸਕਸ ਕਰ ਰਹੇ ਹਾਂ ਕਿ ਅਸੀਂ ਕੀ ਕਰ ਸਕਦੇ। ਪਰ ਪੰਜਾਬ ਦੇ ਕਾਂਗਰਸੀਆਂ ਦੇ ਤੰਦੂਆ ਕਿਉਂ ਪੈ ਗਿਆ? ਪੰਜਾਬ ਦੇ ਕਾਂਗਰਸੀਆਂ ਦੇ ਉਹਨਾਂ ਨੂੰ ਦੰਦਲ ਕਿਉਂ ਪੈ ਗਈ ਆ? ਉਹਨਾਂ ਦੇ ਆਪਣੇ ਰਫੀਕ ਨਾਲ ਵਾਲੀ ਸਟੇਟ ਦੇ ਵਿੱਚ ਉਹਨਾਂ ਦੀ ਸੱਤਾ, ਉੱਥੇ ਹੀ ਜਾ ਕੇ ਬਾਜਵਾ ਸਾਹਿਬ ਦੀ ਡਿਊਟੀ ਲੱਗੀ ਹੋਈ ਸੀ, ਕੋ ਇੰਚਾਰਜ ਸੀਗੇ, ਉੱਥੇ ਹੀ ਸਾਡੇ ਕਾਂਗਰਸੀ ਵਾਦੀਆਂ 'ਚ ਫੋਟੋਆਂ ਖਿਚਾ ਪਾਉਂਦੇ ਹੁੰਦੇ ਸੀ ਵੀ ਅਸੀਂ ਸਰਕਾਰ ਬਣਾ ਲਈ। ਕਹਿਣ ਜਾ ਕੇ ਸਰਕਾਰ ਨੂੰ ਵੀ ਸਰਕਾਰ ਤੁਸੀਂ ਬਣਾ ਲਈ ਆ, 500 ਕਰੋੜ ਸਾਡੇ ਮੱਥੇ ਮੜ ਦਿੱਤਾ। ਇੰਦਰਪ੍ਰੀਤ ਜੀ, ਅਗਲੀ ਖਬਰ SYL ਦੇ ਉੱਤੇ। ਮੈਂ ਇਸ ਤੇ ਵੀ ਸੀਗਾ ਕਿ ਇਹ ਹੋ ਸਕਦਾ ਕਿ ਇਹ ਜਿਹੜਾ ਇਸ਼ੂ ਹੈਗਾ ਪਾਸ ਹੋਣ ਵਾਸਤੇ ਜਦੋਂ ਵਿਧਾਨ ਸਭਾ ਨੇ ਪਾਸ ਕਰ ਹੀ ਦਿੱਤਾ, ਸ਼ਾਇਦ ਕਿਉਂਕਿ ਇਹ ਕਈ ਸਟੇਟਾਂ ਨਾਲ ਜੁੜਿਆ ਹੋਇਆ ਮਾਮਲਾ ਹੈ, ਤਾਂ ਇਸ ਤੇ ਰਾਸ਼ਟਰਪਤੀ ਦੀ ਮੋਹਰ ਵੀ ਓਨੀ ਜ਼ਰੂਰੀ ਹੋਵੇ, ਤਾਂ ਜਦੋਂ ਉੱਥੇ ਜਾਏਗਾ ਤਾਂ ਮੈਨੂੰ ਲੱਗਦਾ ਕਿ ਉੱਥੇ ਵੀ ਸ਼ਾਇਦ ਫਿਰ ਇਹਨਾਂ ਨੂੰ ਮਨਜ਼ੂਰੀ ਨਾ ਮਿਲੇ, ਜੋ ਮੇਰਾ ਆਪਣਾ ਤਜਰਬਾ ਕਹਿ ਰਿਹਾ ਕਿ ਇਹ ਇੰਨਾ ਸੌਖਾ ਨਹੀਂ ਹੈ ਕਿ ਇਹਨਾਂ ਨੂੰ ਮਨਜ਼ੂਰੀ ਮਿਲ ਜਾਏਗੀ। ਦੂਸਰਾ SYL ਦੇ ਉੱਤੇ ਹੀ ਇਹ ਹੈਗਾ ਜਿਹੜਾ ਗਵਰਨਰ ਕਿਹੜੇ ਵਿਰੋਧੀ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਛੇਤੀ ਨਾਲ ਬਿੱਲ ਅੱਗੇ ਤੋਰ ਦਿੰਦੇ, ਕੀ ਤਾਂ ਗਵਰਨਰ ਹਾਊਸ 'ਚ ਅੱਗੇ ਵਧਣਾ ਕਿ ਨਹੀਂ ਜੀ। ਦੂਸਰੀ ਗੱਲ ਜਿਹੜੀ ਹੈਗੀ ਹੈ SYL ਦੇ ਉੱਤੇ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਪਰਸੋਂ, ਉਹ 'ਚ ਜ਼ਿਆਦਾ ਕਿਉਂਕਿ ਹੋਈ ਨਹੀਂ, ਤਾਂ ਉਹਦੇ 'ਚ ਤਾਂ ਸਿਰਫ ਆਪਣੀ ਰਿਪੋਰਟਾਂ ਹੀ ਪੇਸ਼ ਕੀਤੀਆਂ ਨੇ ਹਜੇ। ਉਸ 'ਚ ਕੇਂਦਰ ਸਰਕਾਰ ਨੇ ਵੀ ਇਹ ਕਿਹਾ ਕਿ ਜੀ ਪਾਣੀ ਹੈ ਨਹੀਂ ਹੈ, ਪਾਣੀ ਤਾਂ ਪੰਜਾਬ ਦਾ ਇਹ ਨਜ਼ਰੀਆ ਹਜੇ ਪੇਸ਼ ਨਹੀਂ ਹੋ ਰਿਹਾ ਠੀਕ ਢੰਗ ਨਾਲ ਕਿ ਪਾਣੀ ਹੈ ਨਹੀਂ ਹੈ। ਉਹਨਾਂ ਨੇ ਵੀ ਕਿਹਾ ਵੀ ਪਹਿਲਾਂ ਦੋ ਜਿਹੜੀ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਪਹਿਲੀਆਂ ਉਹਦੇ ਵਿੱਚ ਜਿਸ 'ਚ SYL ਬਣਨੀ ਹੈ, ਉਹਦੇ 'ਚ 2 ਉੱਪਰ ਹੈ ਕਿ ਪਾਣੀ ਅਸੈਸ ਕਰਨ ਵਾਸਤੇ ਇੱਕ ਟ੍ਰਿਬਿਊਨਲ ਬਣੇਗਾ, ਫਿਰ ਉਸ ਤੋਂ ਬਾਅਦ ਐਕਸੈਸ ਪਾਣੀ ਹੀ ਮਿਲਣਾ ਹੈ। ਅਜੇ ਤਾਂ ਉਸ ਤੇ ਵੀ ਤੈਅ ਨਹੀਂ ਹੋਇਆ। ਕੇਂਦਰ ਸਰਕਾਰ ਨੇ ਵੀ ਇਹ ਕਿਹਾ ਵੀ ਉਹ ਜਿਹੜਾ ਹੈਗਾ ਉਹ ਐਕਸੈਸ ਕਰਵਾਉਣਾ ਜ਼ਰੂਰੀ ਹੈ। ਹੁਣ ਦੇਖੋ, SYL ਦਾ ਬਣਨਾ ਤਾਂ ਹੀ ਠੀਕ ਹੈ ਜੇ ਸਾਡੇ ਕੋਲ ਪਾਣੀ ਹੋਏ, ਅਦਰਵਾਈਜ਼ ਤਾਂ ਪੰਜਾਬ ਦਾ ਪਹਿਲਾਂ ਦੇਖੋ ਇਹੀ ਕਹਿੰਦਾ ਰਿਹਾ ਜਦੋਂ ਅਕਾਲੀ ਟਾਈਮ 'ਚ ਸੀ ਕਿ ਸਾਡਾ ਕੋਈ ਹੱਕ ਹੀ ਨਹੀਂ, ਪਾਣੀਆਂ ਦੇ ਉੱਤੇ ਸਾਰਾ ਹੱਕ ਸਾਡਾ ਹੈ, ਅਸੀਂ ਤੈਅ ਕਰਾਂਗੇ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਹੁਣ ਜਿਹੜਾ ਮੈਨੂੰ ਲੱਗਦਾ ਥੋੜਾ ਜਿਹਾ ਡਿਲੂਟ ਹੋ ਗਿਆ, ਹੁਣ ਅਸੀਂ ਕਹਿ ਰਹੇ ਹਾਂ ਕਿ ਨਹੀਂ ਸਾਡੇ ਕੋਲ ਪਾਣੀ ਹੈ ਨਹੀਂ ਦੇਣ ਲਈ, ਇਹਦਾ ਮਤਲਬ ਹੱਕ ਦਾ ਸਾਡਾ ਅਲੱਗ ਹੋ ਗਿਆ। ਹੱਕ ਤੇ ਦੇਣ ਵਾਸਤੇ ਦੇਣਾ ਇਹ 2 ਸੈਪਰੇਟ ਚੀਜ਼ਾਂ ਨੇ। ਹਜੇ ਤੱਕ ਪੰਜਾਬ ਦਾ ਸਟੈਂਡ ਐਗਜ਼ੈਕਟ ਕੀ ਹੈ ਉਹ ਵੀ ਸਮਝ ਨਹੀਂ ਆ ਰਿਹਾ ਹੈਗਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਜਾਂ ਪਾਣੀ ਤੇ ਸਾਡਾ ਹੀ ਹੱਕ ਹੈ। ਇਹ 2 ਅਲੱਗ-ਅਲੱਗ ਚੀਜ਼ਾਂ ਨੇ, ਇਹ ਵੀ ਡਿਸਾਈਡ ਹੋਣ ਵਾਲੀਆਂ ਨੇ। ਪੰਜਾਬ ਗਲਤ ਡਿਸੀਜਨ ਲੈ ਰਹੀ ਹੈ, ਪੰਜਾਬ ਦੀ ਸਰਕਾਰ ਸਮਝ ਨਹੀਂ ਆ ਰਹੀ, ਇਹਨੂੰ ਅਫਸਰਸ਼ਾਹੀ ਇਹਨੂੰ ਗਲਤ ਗਾਈਡ ਕਰ ਰਹੀ ਹੈ। ਪੰਜਾਬ ਦਾ ਸਟੈਂਡ ਸੁਪਰੀਮ ਕੋਰਟ 'ਚ ਕੀ ਹੋਣਾ ਚਾਹੀਦਾ ਕਿ ਅਸੀਂ ਰਿਪੇਰੀਅਨ ਸਟੇਟ ਹੈ ਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਇੱਥੇ ਸਾਡਾ ਹੱਕ ਬਣਦਾ ਹੈ। ਸਿਰਫ ਹੱਕ ਦੀ ਲੜਾਈ ਲੜਨੀ ਚਾਹੀਦੀ ਹੈ, ਦੂਜੀਆਂ ਲੜਾਈਆਂ ਲੜਨੀਆਂ ਨਹੀਂ ਚਾਹੀਦੀਆਂ। ਜੇ ਤੁਹਾਨੂੰ ਕੋਈ ਫਰੈਸ਼ ਪਟੀਸ਼ਨ ਪਾਉਣੀ ਪਵੇ ਉਹ ਵੀ ਪਾਉਣੀ ਚਾਹੀਦੀ ਹੈ ਕਿ ਅਸੀਂ ਇਸ ਮੁੱਦੇ ਨੂੰ ਏਦਾਂ ਐਡਰੈਸ ਕਰਨਾ ਚਾਹੁੰਦੇ ਹਾਂ, ਪਹਿਲਾਂ ਸਾਨੂੰ ਸਾਡਾ ਹੱਕ ਨਿਰਧਾਰਿਤ ਕਰੋ, ਪਹਿਲਾਂ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਤੁਸੀਂ ਪਾਣੀਆਂ ਸੰਬੰਧੀ ਫੈਸਲਾ ਕਰੋ। ਮੈਨੂੰ ਲੱਗਦਾ ਇੱਥੇ ਲੜਾਈ ਲੜਨ ਦੀ ਬਜਾਏ ਨਹੀਂ, ਰੰਧਾਵਾ ਵਿੱਚ ਥੋੜੀ ਜਿਹੀ ਦਿੱਕਤ ਇੱਕ ਹੋਰ ਹੈ ਨਾ ਕਿ ਉੱਥੇ ਜਦੋਂ ਇਹ ਗੱਲ ਕਰਦੇ ਆ ਨਾ ਉਦੋਂ ਸਾਡਾ ਆ ਜਾਂਦਾ ਕਿ ਜਿਹੜਾ ਅਸੀਂ ਸੁਪਰੀਮ ਕੋਰਟ 'ਚੋਂ ਇਹੀ ਕੇਸ ਵਾਪਸ ਲੈ ਲਿਆ, ਉਹ ਹੁਣ ਸਾਡੇ ਵਿਰੋਧ 'ਚ ਭੁਗਤ ਰਿਹਾ ਉਹ ਚੀਜ਼। ਜਦੋਂ ਸੁਪਰੀਮ ਕੋਰਟ ਜਦੋਂ ਅਸੀਂ ਬਾਰ-ਬਾਰ ਇਹ ਗੱਲ ਕਰਦੇ ਵੀ ਸਾਡਾ ਹੱਕ, ਉਹ ਕਹਿੰਦੇ ਵੀ ਤਾਂ ਤੁਸੀਂ ਵਾਪਸ ਲਿੱਤੀ ਹੋਈ ਹੈ, ਤਾਂ ਉੱਥੇ ਥੋੜਾ ਜਿਹਾ ਕਮਜ਼ੋਰ ਪੈ ਜਾਂਦਾ ਸਾਡਾ ਕੇਸ। ਇਸ ਕਰਕੇ ਮੈਨੂੰ ਲੱਗਦਾ ਸਟੈਂਡ ਨਹੀਂ ਕਰ ਪਾ ਰਿਹਾ, ਔਰ ਸੁਪਰੀਮ ਕੋਰਟ ਸਾਡਾ ਨਵੇਂ ਸਿਰੇ ਤੋਂ ਸੁਣਨਾ ਹੀ ਨਹੀਂ ਚਾਹੁੰਦੀ ਹੈ। ਮੇਰਾ ਖਿਆਲ ਹੈ ਕਿ ਜੇਕਰ ਪੰਜਾਬ ਵਿਧਾਨ ਸਭਾ ਦੇ ਕਿਸੇ ਸੈਸ਼ਨ ਦੇ ਵਿੱਚ ਜਾਂ ਸਪੈਸ਼ਲ ਸੈਸ਼ਨ 2 ਦਿਨ ਦਾ ਸੱਦ ਕੇ ਬਹਿਸ ਕਰਾਓ ਤੇ ਫਿਰ ਜਿਨ੍ਹਾਂ ਲੋਕਾਂ ਨੇ ਕੇਸ ਵਾਪਸ ਲਏ ਕਿਹਦੇ ਕਹਿਣ ਤੇ ਇੱਕ ਬਹਿਸ ਕਰਾਓ। ਪਹਿਲਾਂ ਵੀ ਤਾਂ ਹੁੰਦੀ ਰਹਿੰਦੀ ਹੈ, ਦਰਬਾਰਾ ਸਾਹਿਬ, ਇੰਦਰਾ ਗਾਂਧੀ, ਦੂਜੀਆਂ ਗੱਲਾਂ ਜਿਹੜੀਆਂ ਉਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਨੇ, ਤੇ ਫਿਰ ਇਹ ਫੈਸਲਾ ਕਰੋ ਕਿ ਪੰਜਾਬ ਦੀ ਵਿਧਾਨ ਸਭਾ ਇਹ ਮਹਿਸੂਸ ਕਰਦੀ ਆ ਕਿ ਪੁਰਾਣਾ ਫੈਸਲਾ ਬਹੁਤ ਗਲਤ ਸੀ, ਵਿਅਕਤੀਗਤ ਗਲਤੀ ਹੋਈ ਆ ਔਰ ਸਾਰੀ ਸਟੇਟ ਭੁਗਤਣ ਲਈ ਬਿਲਕੁਲ ਤਿਆਰ ਨਹੀਂ, ਤੇ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਤੁਸੀਂ ਲੈ ਕੇ ਜਾਓ, ਜੋ ਹੋਊਗਾ ਦੇਖਿਆ ਜਾਊਗਾ, ਕੇਸ ਤਾਂ ਲੜੋ। ਬਿਲਕੁਲ ਠੀਕ ਹੈ। ਭਾਸਕਰ ਸਾਹਿਬ, ਆਖਰੀ 2 ਗੱਲਾਂ ਕਰਨੀਆਂ ਨੇ, ਕਾਲੀ 'ਚ ਚੱਲਦੇ ਆ। ਇੱਕ ਤਾਂ ਵਿਜੀਲੈਂਸ ਨੇ ਕੱਲ ਬ੍ਰਹਮ ਮਹਿੰਦਰਾ ਨੂੰ ਸੱਦਿਆ ਸੀਗਾ, ਦੂਜਾ ਵਿਜੇਂਦਰ ਸਿੰਗਲਾ ਤਾਂ ਪੇਸ਼ ਨਹੀਂ ਹੋਏ। ਉਂਝ
ਜੰਗੇ ਆਜ਼ਾਦੀ 'ਚ ਵੀ ਪਰਸੋਂ ਦੀ ਗੱਲ ਆ, ਮੈਨੂੰ ਲੱਗਦਾ ਕਾਫੀ ਦੇਰ ਸ਼ਾਮ ਨੂੰ 6 ਵਜੇ ਤੱਕ, 3 ਤੋਂ 6 ਵਜੇ ਤੱਕ ਉਹਦਾ ਰਿਕਾਰਡ ਖੰਗਾਲਿਆ। ਤੇ ਇਸੇ ਤਰੀਕੇ ਨਾਲ ਹੋਰ 2-3 ਮਾਮਲਿਆਂ ਦੇ ਵਿੱਚ ਬੰਦੇ ਸੱਦੇ ਹੋਏ ਸੀ। ਇੱਕ ਛੋਟੀ ਜਿਹੀ ਰਿਪੋਰਟ ਦੇ ਦਿਓ। ਬਿਲਕੁਲ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਵਿਜੀਲੈਂਸ ਦਾ ਇਸ ਹਫ਼ਤੇ ਸਾਇਆ ਭਾਰੀ ਸੀਗਾ, ਤੇ ਹੁਣ ਕੱਲ ਬ੍ਰਹਮ ਮਹਿੰਦਰਾ ਹੋਣਾ 3 ਵਾਰ ਨਾ ਕਹਿਣ ਤੋਂ ਬਾਅਦ ਕੱਲ ਹਾਂ ਕਹਿ ਕੇ ਵਿਜੀਲੈਂਸ ਦੇ ਮੋਹਾਲੀ ਦੇ ਦਫ਼ਤਰ ਦੇ ਵਿੱਚ ਪੇਸ਼ ਹੋਏ। 4 ਤੋਂ 5 ਘੰਟੇ ਦੇ ਵਿੱਚ ਉਹਨਾਂ ਦੇ ਨਾਲ ਪੁੱਛਗਿੱਛ ਹੋਈ। ਉਹ ਫਾਰਮ ਜਿਹਦੇ ਵਿੱਚ ਪ੍ਰਾਪਰਟੀ ਦਾ ਬਿਊਰਾ ਮੰਗਿਆ ਜਾਂਦਾ ਹੈ, ਉਹ ਉਹਨਾਂ ਨੂੰ ਫੜਾ ਦਿੱਤਾ ਗਿਆ। ਅਗਲੀ ਡੇਟ ਹਜੇ ਅਨਾਉਂਸ ਨਹੀਂ ਕੀਤੀ, ਪਰ ਅਗਲੇ ਹਫ਼ਤੇ ਉਹਨਾਂ ਨੂੰ ਦੁਬਾਰਾ ਜਾਣਾ ਪਏਗਾ। ਵਿਜੇ ਇੰਦਰ ਸਿੰਗਲਾ, ਉਹਨਾਂ ਨੂੰ ਵੀ ਕੱਲ ਬੁਲਾਇਆ ਗਿਆ ਸੀ ਸੰਗਰੂਰ ਦੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ। ਉੱਥੇ ਉਹ ਪਹੁੰਚੇ ਨਹੀਂ। ਉਹ ਕਿਉਂਕਿ ਦਿੱਲੀ ਤੋਂ ਆਏ ਸੀ, ਉਹ ਕਹਿੰਦੇ ਮੈਨੂੰ ਕੋਈ ਐਦਾਂ ਦਾ ਨੋਟਿਸ ਹਜੇ ਤੱਕ ਨਹੀਂ ਆਇਆ, ਪਰ ਵਿਜੀਲੈਂਸ ਆਫਿਸ ਇਸ ਗੱਲ ਨੂੰ ਕਨਫਰਮ ਕਰਦੇ ਹੈ ਕਿ ਉਹਨਾਂ ਦੇ ਘਰ ਉਹਨਾਂ ਦੇ ਇਹ ਨੋਟਿਸ ਚਲਾ ਗਿਆ ਸੀ। ਪਰ ਚਲੋ ਅਗਲੀ ਵਾਰ ਨੋਟਿਸ ਕੋਈ ਹੋਰ ਆ ਜਾਏਗਾ, ਅਗਲੀ ਡੇਟ ਉਹਨਾਂ ਨੂੰ ਮਿਲ ਜਾਏਗੀ, ਉਹ ਵੀ ਪੇਸ਼ ਹੋਣਗੇ। 20 ਮਈ ਨੂੰ ਕੁਲਦੀਪ ਵੈਦ, ਜਿਨ੍ਹਾਂ ਦੇ ਉੱਥੇ ਪਿੱਛੇ ਐਸਐਸਪੀ ਵਿਜੀਲੈਂਸ ਲੁਧਿਆਣਾ ਦੀ ਟੀਮ ਨੇ ਛਾਪਾ ਮਾਰਿਆ ਸੀਗਾ, ਉਹ ਵੀ ਕੇਸ ਹੁਣ ਮਈ 20 ਨੂੰ ਅੱਗੇ ਤੁਰਦਾ ਨਜ਼ਰ ਆਏਗਾ। ਔਰ ਉਹ तमाम ਡਿਸਪ੍ਰਪੋਰਸ਼ਨੇਟ ਐਸੈਟ ਦੇ ਕੇਸ, ਉਹਦੇ ਵਿੱਚ ਵਿਜੀਲੈਂਸ ਦੇ ਵੱਖ-ਵੱਖ ਪੂਰਵ ਕਾਂਗਰਸੀ ਲੀਡਰਾਂ ਨੂੰ ਨੋਟਿਸ ਜਾਣ ਦੀ ਤਿਆਰੀ ਹੋ ਰਹੀ ਹੈ। ਕਦ ਕਿਹਨੂੰ ਸੱਦਿਆ ਜਾਂਦਾ ਹੈ, ਉਹਦੀ ਵੀ ਇੱਕ ਲਿਸਟ ਜੀ ਤਿਆਰ ਕਰਕੇ ਅੱਜ ਸ਼ਾਇਦ ਵਿਜੀਲੈਂਸ ਸਾਹਮਣੇ ਰੱਖ ਸਕਦਾ ਹੈ। ਇੰਦਰਪ੍ਰੀਤ ਜੀ, ਕਾਹਲੀ ਦੇ ਵਿੱਚ ਪੰਜਾਬ ਦੇ ਵਿੱਚ ਇਹ ਜਿਹੜਾ ਰਾਤ ਨੂੰ, ਕੱਲ ਰਾਤ, ਲੰਗੀ ਰਾਤ ਨਹੀਂ, ਇਸ ਤੋਂ ਪਹਿਲੀ ਰਾਤ ਦੇ ਵਿੱਚ ਝੱਖੜ ਆਇਆ, ਛਿੱਟਾਂ ਤਾਂ ਪਈਆਂ ਹੀ ਨੇ, ਉਹਦੇ ਨਾਲ ਫਸਲ ਦਾ ਬਹੁਤ ਨੁਕਸਾਨ ਹੋਇਆ। ਤੇ ਫਸਲ ਦਾ ਕਿੰਨਾ ਕੁ ਨੁਕਸਾਨ ਹੋਇਆ ਇਹ ਜ਼ਰੂਰ ਜ਼ਿਕਰ ਕਰ ਦਿਓ। ਤੁਸੀਂ ਮੈਨੂੰ ਇੱਕ ਗੈਰ ਰਸਮੀ ਗੱਲਬਾਤ 'ਚ ਦੱਸ ਰਹੇ ਸੀ ਵੀ ਡਾਇਰੈਕਟਰ ਐਗਰੀਕਲਚਰ ਨੂੰ ਵੀ ਐਕਸਟੈਂਸ਼ਨ ਦੇ ਰਹੇ ਆ। ਵੈਸੇ ਵਿਧਾਨ ਸਭਾ 'ਚ ਤਾਂ ਕਹਿੰਦੇ ਸੀ ਅਸੀਂ ਹੁਣ ਕਿਸੇ ਨੂੰ ਐਕਸਟੈਂਸ਼ਨ ਨਹੀਂ ਦਿਆ ਕਰਨੀ। ਇਹ ਐਕਸਟੈਂਸ਼ਨ ਕਿੰਨਿਆਂ ਕੁ ਦਾ ਹੱਕ ਮਾਰੂ ਦੇਣ ਦੀ ਐਡੀ ਕੀ ਲੋੜ ਪੈ ਗਈ? ਇਹ ਕਿੰਨੇ ਕੁ ਕੰਮ ਇਹਨਾਂ ਦੇ ਜਾਂ ਖੋਜ ਜਾਂ ਬਾਕੀ ਚੀਜ਼ਾਂ ਜਾਂ ਇਹਨਾਂ ਦੇ ਖਾਤੇ 'ਚ ਪੈਂਦੀਆਂ ਨੇ? ਜਰਾ ਥੋੜੀ ਜਿਹੀ ਗੱਲ ਦੱਸ ਦਿਓ। ਦੇਖੋ ਰੰਧਾਵਾ ਸਾਹਿਬ, ਜਿਹੜਾ ਕੱਲ ਮੀਂਹ ਹਨੇਰੀ ਨਾਲ ਝੱਖੜ ਹੋਰ ਨਾਲ ਨੁਕਸਾਨ ਹੋਇਆ, ਉਹ ਤਾਂ ਕਾਫੀ ਨੁਕਸਾਨ ਹੋ ਗਿਆ ਹੈ। ਅੱਜ ਕੱਲ੍ਹ 'ਚ ਮੈਨੂੰ ਲੱਗਦਾ ਕਿ ਸ਼ਾਇਦ ਕਿਉਂਕਿ 2 ਦਿਨ ਦਾ ਹਜੇ ਹੋਰ ਵੀ ਮੀਂਹ ਦੱਸਿਆ ਹੋਇਆ ਹੈ, ਤੇ ਉਸ ਤੋਂ ਬਾਅਦ ਸਪੈਸ਼ਲ ਗਿਰਦਾਵਰੀ ਜਿਹੜੀ ਹੈਗੀ ਆ ਉਹ ਆਰਡਰ ਕੀਤੀ ਜਾਏਗੀ। ਪਰ ਜਿਹੜੀ ਗੱਲ ਇੰਪੋਰਟੈਂਟ ਸੀ ਉਹ ਇਹ ਸੀ ਕਿ ਕੱਲ ਜਿਹੜਾ ਹੈਗਾ ਉਹ ਉਹਨਾਂ ਨੂੰ 6 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਹੈ ਡਾਇਰੈਕਟਰ ਸਾਹਿਬ ਨੂੰ, ਗੁਰਵਿੰਦਰ ਸਿੰਘ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਦਿੱਤੀ ਹੈ। ਇਹ ਮਹੀਨਾ ਜਿਹੜਾ ਅਸਲ 'ਚ ਮਾਰਚ ਦਾ ਹੈਗਾ, ਇਹ ਬਹੁਤ ਇੰਪੋਰਟੈਂਟ ਹੈ ਪੰਜਾਬ ਵਾਸਤੇ, ਹੁੰਦਾ ਹੈ ਖਾਸ ਤੌਰ ਤੇ ਐਗਰੀਕਲਚਰ ਪੁਆਇੰਟ ਆਫ ਵਿਊ ਨਾਲ ਅਗਰ ਅਸੀਂ ਗੱਲ ਕਰੀਏ ਤੇ ਬਹੁਤ ਇੰਪੋਰਟੈਂਟ ਹੁੰਦਾ ਹੈ। ਔਰ 28 ਤਰੀਕ ਦੀ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਰਿਟਾਇਰਮੈਂਟ ਹੋ ਚੁੱਕੀ ਹੈ। ਵੈਸੇ ਤਾਂ ਆਰਡਰ ਵੀ ਜਾਰੀ ਹੋ ਚੁੱਕੇ ਸੀ, ਲੇਕਿਨ ਉਹ ਆਰਡਰ ਕੱਲ ਸਰਕਾਰ ਨੇ ਫਿਰ ਵਾਪਸ ਲੈ ਲਿਆ ਔਰ 6 ਮਹੀਨੇ ਲਈ ਇਹਨਾਂ ਨੂੰ ਐਕਸਟੈਂਸ਼ਨ ਦੇ ਦਿੱਤੀ ਹੈ। ਇਸ ਕਰਕੇ ਇੰਪੋਰਟੈਂਟ ਹੈ ਰੰਧਾਵਾ ਸਾਹਿਬ ਕਿ ਇਸੇ ਮਹੀਨੇ ਦੇ ਵਿੱਚ ਜਦੋਂ ਅਸੀਂ ਅਗਲੀ ਫਸਲ ਦੇ ਉੱਤੇ ਜਾਂਦੇ ਹਾਂ, ਤਾਂ ਕਿਉਂਕਿ ਇਹ ਸਰਕਾਰ ਜਿਹੜੀ ਹੈਗੀ ਹੈ ਉਹ ਸਾਰੇ ਡਾਈਵਰਸੀਫਿਕੇਸ਼ਨ ਤੇ ਲੱਗੀ ਹੋਈ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਡਾਈਵਰਸੀਫਾਈ ਕਰ ਲਈਏ। ਉਹ ਜਦ ਤੱਕ ਡਾਇਰੈਕਟਰ ਐਗਰੀਕਲਚਰ ਜਾਂ ਉਹਦੀ ਟੀਮ ਇਹ ਕੰਮ ਨਹੀਂ ਕਰੇਗੀ ਤਦ ਤੱਕ ਨਹੀਂ ਜਾਇਆ ਜਾ ਸਕਦਾ। ਦੂਜਾ, ਇਸੇ ਸਾਰੇ ਦੇ ਵਿੱਚ ਮਾਰਚ ਦੇ ਵਿੱਚ ਜਿੰਨਾ ਖਰਚਾ ਹੋ ਚੁੱਕਿਆ ਉਹਦੇ ਬਿੱਲ ਕਲੀਅਰ ਕਰਾਣੇ ਨੇ। ਬਹੁਤ ਇੰਪੋਰਟੈਂਟ ਹੁੰਦੀ ਹੈ ਇਸ ਟਾਈਮ ਡਾਇਰੈਕਟਰ ਦੀ ਉਪਸਥਿਤੀ, ਤੇ ਉਹ ਨਹੀਂ ਹੋਏਗਾ ਤਾਂ ਥੋੜੀ ਜਿਹੀ ਦਿੱਕਤਾਂ ਆ ਜਾਂਦੀਆਂ ਨੇ। ਤਾਂ ਇੱਥੇ ਹੁਣ ਐਕਸਟੈਂਸ਼ਨ ਦਾ ਸਵਾਲ ਹੈ ਕਿ ਦੇਖੋ ਸਰਕਾਰ ਨੂੰ ਤਾਂ ਇਹ ਪਤਾ ਹੀ ਸੀਗਾ ਕਿ ਉਹ 28 ਫਰਵਰੀ ਨੂੰ ਰਿਟਾਇਰ ਹੋ ਰਿਹਾ, ਤਾਂ ਹਜੇ ਤੱਕ ਉਸ ਤੇ ਕੰਮ ਤਾਂ ਸ਼ੁਰੂ ਹੋ ਹੀ ਗਿਆ ਹੋਣਾ ਨਾ। ਤਾਂ ਲੇਕਿਨ ਕਿਉਂਕਿ ਸੈਕਟਰੀ ਵੀ ਅਚਾਨਕ ਬਦਲਤੇ, ਰਾਹੁਲ ਤਿਵਾੜੀ ਸਾਹਿਬ ਛੁੱਟੀ ਚਲੇ ਗਏ, ਉਸ ਤੋਂ ਬਾਅਦ ਸਮੇਰ ਗੁੱਜਰ ਹੋਰਾਂ ਨੂੰ ਦਿੱਤਾ ਮਹਿਕਮਾ ਐਡੀਸ਼ਨਲ ਤੌਰ ਤੇ, ਹੁਣ ਉਹਨਾਂ ਨੂੰ ਪੱਕੇ ਤੌਰ ਤੇ ਕਰਤਾ ਹੈ। ਤਾਂ ਹੁਣ ਉਹ ਥੋੜਾ ਜਿਹਾ ਇੰਟਰਸਟ ਲੈ ਕੇ ਉਹਨਾਂ ਨੇ ਦੇਖਿਆ ਵੀ ਬਿਲਕੁਲ ਹੀ ਮੈਂ ਵੀ ਨਵਾਂ ਹੋ ਜਾਊਂਗਾ ਤੇ ਡਾਇਰੈਕਟਰ ਵੀ ਨਵਾਂ, ਤੇ ਸ਼ਾਇਦ ਨਾ ਸਮਝ ਹੋਵੇ ਆਏ ਮਹਿਕਮੇ ਦੀ। ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਕਿ ਉਸ ਸਥਿਤੀ ਚੋਂ ਇੱਕ ਥੋੜੀ ਜਿਹੀ ਬਰੀਥਿੰਗ ਸਪੇਸ ਕੱਢੀ ਹੈ 6 ਮਹੀਨੇ ਦੀ, ਕਿ ਉਹਦੇ ਉੱਤੇ 6 ਮਹੀਨੇ ਇਹਨਾਂ ਨੂੰ ਐਕਸਟੈਂਸ਼ਨ ਦੇ ਕੇ ਨਵੇਂ ਡਾਇਰੈਕਟਰ ਦੀ ਤਲਾਸ਼ ਕੀਤੀ ਜਾਏ। ਦੇਖੋ, ਇੱਕ ਸਿਸਟਮ ਬਣਿਆ ਹੁੰਦਾ ਤੇ ਸਿਸਟਮ ਵਰਕ ਕਰਦਾ, ਬੰਦੇ ਆਉਂਦੇ ਜਾਂਦੇ ਰਹਿੰਦੇ। ਇੱਥੇ ਮੰਤਰੀ ਮਿੰਟ 'ਚ ਬਦਲਦੇ ਜਾਂਦੇ, ਡਾਇਰੈਕਟਰ ਦੀ ਐਡੀ ਕਿਹੜੀ ਗੱਲ ਸੀ? ਹਾਲਾਂਕਿ ਸਾਨੂੰ ਨਿੱਜੀ ਤੌਰ ਤੇ ਉਹਨਾਂ ਨਾਲ ਕੋਈ ਨਹੀਂ, ਜੇ ਉਹ ਅੱਛਾ ਕੰਮ ਕਰ ਰਹੇ ਤੇ ਉਹਨਾਂ ਨੂੰ ਤੁਸੀਂ ਭਾਵੇਂ ਸਾਲ ਹੋਰ ਰੱਖ ਲਓ, ਭਾਵੇਂ ਕੰਟਰੈਕਟ ਤੇ ਬਾਅਦ ਦੇ ਵਿੱਚ ਰੱਖ ਲਓ, ਠੇਕੇ ਤੇ ਰੱਖ ਲਓ, ਜੋ ਮਰਜ਼ੀ ਕਰੋ। ਪਰ ਸਵਾਲ ਇਹ ਆ ਕਿ ਇਹਦੇ ਨਾਲ ਕੁਝ ਲੋਕਾਂ ਦੇ ਹੱਕ ਨਹੀਂ ਮਾਰੇ ਜਾਂਦੇ ਜਿਨ੍ਹਾਂ ਨੇ ਡਾਇਰੈਕਟਰ ਬਣਨਾ ਹੁੰਦਾ। ਕੋਈ ਨਵਾਂ ਬੰਦਾ ਆਉਂਦਾ, ਸ਼ਾਇਦ ਉਹਨੂੰ ਵੀ ਐਕਸਪੈਰੀਮੈਂਟ ਕਰਨ ਦਾ ਤਜਰਬਾ ਹਾਸਲ ਹੁੰਦਾ, ਕੁਝ ਨਵੀਆਂ ਚੀਜ਼ਾਂ, ਕਿਉਂਕਿ ਨਵੇਂ ਬੰਦੇ ਜਦੋਂ ਉਤਸ਼ਾਹ ਨਾਲ ਆਉਂਦੇ ਆ ਤੇ ਚੰਗਾ ਕੰਮ ਵੀ ਕਰ ਜਾਂਦੇ ਆ। ਤੇ ਇਹ ਸਵਾਲ ਤਾਂ ਰਹੂਗਾ ਹੀ। ਭਾਸਕਰ ਸਾਹਿਬ, ਆਖਰੀ ਗੱਲ, ਮਮਤਾ ਬੈਨਰਜੀ ਤੇ ਅਖਿਲੇਸ਼ ਕਾਂਗਰਸ ਨੂੰ ਸ਼ੀਸ਼ਾ ਵਿਖਾ ਰਹੇ, ਕਿਉਂ ਵਿਖਾ ਰਹੇ? ਕਾਹਲੀ ਦੇ ਵਿੱਚ ਬਹੁਤ ਲੰਬਾ ਨਾ ਖਿੱਚੋ। ਦੇਖੋ, ਟੀਮਾਂ ਤਿਆਰ ਹੋ ਰਹੀਆਂ ਕੇਂਦਰ ਦੇ ਵਿੱਚ, ਔਰ ਉਸ ਟੀਮ ਦੇ ਵਿੱਚ ਕਾਂਗਰਸ ਹੁਣ ਕੱਲ ਤੇ ਮਮਤਾ ਬੈਨਰਜੀ ਨੇ ਵਰਚੁਅਲੀ ਇਹ ਗੱਲ ਕਹਿ ਦਿੱਤੀ ਕਿ ਵੀ ਡੋਂਟ ਬਿਹੇਵ ਲਾਈਕ ਬਿਗ ਬੌਸ,
ਯਾਨੀ ਕਾਂਗਰਸ ਨੂੰ ਇੱਕ ਸਿੱਧਾ ਮੈਸੇਜ ਦੇ ਦਿੱਤਾ ਕਿ ਤੁਸੀਂ ਬਿਗ ਬੌਸ ਦੀ ਤਰ੍ਹਾਂ ਬਿਹੇਵ ਨਾ ਕਰੋ। ਔਰ ਅਖਿਲੇਸ਼ ਯਾਦਵ ਉਹਨਾਂ ਦੇ 2 ਦਿਨ ਦੇ ਦੌਰੇ ਦੇ ਵਿੱਚ ਕਲਕੱਤਾ ਦੇ ਇਹ ਸਾਰੀ ਗੱਲਾਂ ਹੋਈਆਂ ਔਰ ਉਹਨਾਂ ਨੇ ਤੇ ਐਲਾਨ ਤੱਕ ਕਰਤਾ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਬਗੈਰ ਕਾਂਗਰਸ ਦੇ ਔਰ ਬਗੈਰ ਭਾਜਪਾ ਦੇ ਇੱਕ ਨਵਾਂ ਫਰੰਟ ਬਣਾਵਾਂਗੇ, ਜਿਹਦੇ ਕਰਕੇ ਮਮਤਾ ਬਨਰਜੀ ਨੇ ਉੜੀਸਾ ਦਾ ਆਪਣਾ ਦੌਰਾ ਵੀ ਤੈਅ ਕਰਤਾ ਹੈ ਤੇ ਬੀਜੂ ਜਨਤਾ ਦਲ ਦੇ ਨਵੀਨ ਪਟਨਾਇਕ ਜਿਹੜੇ ਉੱਥੇ ਦੇ ਮੁੱਖ ਮੰਤਰੀ ਹੈ ਉਹਨਾਂ ਨਾਲ ਵੀ ਮੁਲਾਕਾਤ ਹੋ ਰਹੀ ਹੈ। ਇਹ ਫਰੰਟ ਥਰਡ ਫਰੰਟ ਕਹਿ ਸਕਦੇ ਆ ਇਹਨੂੰ, ਕਿਉਂਕਿ ਕਾਂਗਰਸ ਦਾ ਫਰੰਟ ਤੇ ਹਜੇ ਨਜ਼ਰ ਨਹੀਂ ਆਉਂਦਾ। ਅਖਿਲੇਸ਼ ਯਾਦਵ ਉਹਨਾਂ ਦੇ ਨਾਲ ਅਲਾਈਅੰਸ ਹੁੰਦਾ ਸੀ ਕਾਂਗਰਸ ਦਾ ਯੂਪੀ ਦੇ ਵਿੱਚ, ਹੁਣ ਉਸ ਅਲਾਈਅੰਸ ਤੋਂ ਵੀ ਅਖਿਲੇਸ਼ ਯਾਦਵ ਉਹਨਾਂ ਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਉਹ ਕਹਿੰਦੇ ਨੇ ਕਿ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਤੇ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਉਹ ਸક્ષਮ ਹੈਗੀ ਹੈ ਭਾਜਪਾ ਨੂੰ ਹਰਾਉਣ ਵਾਸਤੇ। ਹੁਣ ਕਾਂਗਰਸ ਦਾ ਰਿਐਕਸ਼ਨ ਕੀ ਹੁੰਦਾ ਹੈ ਇਹ ਬਾਅਦ ਚੋਂ ਪਤਾ ਲੱਗੇਗਾ, ਕਿ ਕਾਂਗਰਸ ਕਾਫੀ ਟਾਈਮ ਇਹ ਗੱਲ ਕਹਿ ਚੁੱਕੀ ਹੈ ਕਿ ਬਗੈਰ ਕਾਂਗਰਸ ਤੋਂ ਕੋਈ ਵੀ ਫਰੰਟ ਬਣੇਗਾ ਉਹਦੀ ਕੋਈ ਬਹੁਤੀ ਵੈਲਿਊ ਨਹੀਂ ਹੋਏਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।